ਲੋਕਾਂ ਦੇ ਕੰਮ ਕਰਨਾ ਵਾਹਿਗੁਰੂ ਨਾਨਕ ਉਹੀ ਰੱਖ ਦਿੰਦਾ ਸੀ। ਅੰਦਰ ਵੀ ਲਿਖਿਆ ਵੀ ਅਸੀਂ ਨਾਨਕ ਦੇ ਕਿਸਾਨ ਹਾਂ, ਵੀ ਅਸੀਂ ਖਾੜਕੂ ਨਹੀਂ ਹੈਗੇ, ਅਸੀਂ ਨਾਨਕ ਦੇ ਕਿਸਾਨ ਆ, ਸਾਊ ਖੇਤੀ ਕਰਨ ਆਈ ਆ, ਸਾਨੂੰ ਨਾਨਕ ਲਾ ਕੇ ਗਿਆ ਸੀ ਖੇਤ। ਕਹਿੰਦਾ ਜੇ ਕਿਸਾਨ ਯੂਨੀਅਨ ਹੁੰਦੀ ਨਾ ਤਾਂ ਇੰਨਾ ਭਾਅ ਵੀ ਨਹੀਂ ਦੇਣਾ ਸੀਗਾ। ਲਖਵਾਲ ਸਾਹਿਬ ਦੀ ਫੋਟੋ ਬਣਾਈ ਸੀ, ਇੱਕ ਪਾਸੇ ਬਿਆਨ ਸਿੰਘ, ਇੱਕ ਪਾਸੇ ਬਾਦਲ ਸਾਹਿਬ, ਦੋਨੇ ਢਾਏ ਹੋਏ ਸੀ। ਅੱਛਾ, ਹਾਂ, ਇਹ ਛਪਿਆ ਅਖਬਾਰ ਦੇ ਵਿੱਚ, ਕਾਰਟੂਨ ਬਣਿਆ ਛਪਿਆ ਜੀ, ਐਜ਼ ਕਾਰਟੂਨ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ, ਤੁਸੀਂ ਔਨ 에ਅਰ ਦੇਖ ਰਹੇ ਹੋ। ਸੰਘਰਸ਼ ਨੂੰ ਕਈ ਮਹੀਨੇ ਹੋ ਗਏ ਆ, ਪੰਜਾਬ ਤੋਂ ਦਿੱਲੀ ਤੇ ਫਿਰ ਹੁਣ ਦਿੱਲੀ ਦੇ ਵਿੱਚ ਕਈ ਦਿਨਾਂ ਤੋਂ ਬਾਅਦ ਅਕਸਰ ਬਹੁਤ ਸਾਰੇ ਲੀਡਰਾਂ ਦੇ ਨਾਮ, ਕਿਸਾਨ ਆਗੂਆਂ ਦੇ ਨਾਮ ਤੁਸੀਂ ਰੋਜ਼ ਸੁਣਦੇ ਹੋ, ਉਹਨਾਂ ਦੇ ਬਿਆਨ ਸੁਣਦੇ ਹੋ, ਉਹਨਾਂ ਦੀਆਂ ਗੱਲਾਂ ਸੁਣਦੇ ਹੋ, ਪਰ ਉਹਨਾਂ ਦੇ ਜੀਵਨ ਬਾਰੇ ਘੱਟ ਲੋਕਾਂ ਨੂੰ ਪਤਾ ਹੈ। ਇਹ ਘੱਟ ਜਾਣਦੇ ਨੇ ਕਿ ਉਹ ਕਿੱਥੋਂ ਆਏ ਨੇ, ਉਹਨਾਂ ਦਾ ਪਿਛੋਕੜ ਕੀ ਰਿਹਾ ਹੈ, ਉਹ ਕਿਹੜੇ ਪਰਿਵਾਰਾਂ ਦੇ ਨੇ, ਔਰ ਕਿਸ ਤਰ੍ਹਾਂ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਆਮ ਵਰਕਰ ਤੋਂ ਲੀਡਰ ਤੱਕ ਜਾਂ ਪ੍ਰਧਾਨ ਤੱਕ ਦਾ ਸਫ਼ਰ ਤੈਅ ਹੋਇਆ। ਅੱਜ ਇਸੇ ਲੜੀ ਦੇ ਤਹਿਤ ਅਸੀਂ ਗੱਲਬਾਤ ਕਰਾਂਗੇ ਉਸ ਕਿਸਾਨ ਲੀਡਰ ਦੇ ਨਾਲ ਜਿਨ੍ਹਾਂ ਦੇ ਪਰਿਵਾਰਕ ਪਿਛੋਕੜ ਰਿਹਾ। ਯੰਗ ਵੀ ਨੇ, ਪਰ ਲੋਕ ਅੱਜ ਕੱਲ੍ਹ ਕਹਿਣ ਲੱਗ ਗਏ ਕਿ ਸਿਆਣੀਆਂ ਗੱਲਾਂ, ਯੰਗ ਹੋ ਕੇ ਸਿਆਣੀਆਂ ਗੱਲਾਂ ਕਰਦੇ ਆ। ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਸਾਡੇ ਨਾਲ ਨੇ। ਕਾਦੀਆਂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਵਾਗਤ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਾਦੀਆਂ ਸਾਹਿਬ, ਬਹੁਤ ਗੱਲਾਂ ਹੁੰਦੀਆਂ, ਹਰ ਰੋਜ਼ ਅਸੀਂ ਇੰਟਰਵਿਊਜ਼ ਕਰਦੇ ਹਾਂ, ਪਰ ਅੱਜ ਮੈਂ ਚਾਹੁੰਦਾ ਕਿ ਦਰਸ਼ਕ ਤੁਹਾਡੇ ਜੀਵਨ ਬਾਰੇ ਜਾਂ ਤੁਹਾਡੇ ਬਾਰੇ ਜਾਣਨ ਕਿ ਤੁਸੀਂ ਕਿੱਥੋਂ, ਜੇ ਪ੍ਰਧਾਨ ਤੱਕ ਦਾ ਸਫ਼ਰ ਤੈਅ ਹੋਇਆ ਤਾਂ ਉਹ ਕਿਵੇਂ ਹੋਇਆ ਜੀ? ਲੰਬੀ ਕਹਾਣੀ ਆ ਜੀ, 2-4 ਮਿੰਟ 'ਚ ਤਾਂ ਦੱਸੀ ਨਹੀਂ ਜਾਣੀ, ਪਰ ਸਾਡਾ ਕਿੱਤਾ ਪੁਰਖੀ, ਜਿਹੜਾ ਪਿਤਾ ਪੁਰਖੀ ਕਿੱਤਾ ਵਾ ਖੇਤੀ ਆ। ਕਾਦੀਆਂ ਪਿੰਡ 'ਚ ਰਹਿਣ ਵਾਲੇ ਆ। ਲੁਧਿਆਣੇ ਦੇ ਕੋਲ ਛੋਟਾ ਜਿਹਾ ਪਿੰਡ ਆ, ਲੋਕੀ ਗੁਰਦਾਸਪੁਰ ਦੀ ਕਾਦੀਆਂ ਸਮਝ ਲੈਂਦੇ ਆ, ਪਰ ਇਹ ਕਾਦੀਆਂ ਛੋਟਾ ਜਿਹਾ ਲੁਧਿਆਣੇ ਦੇ ਕੋਲ ਪਿੰਡ ਆ ਇੱਕ। ਤੇ ਸਾਡੇ ਬਜ਼ੁਰਗ ਨਾਰੰਗਵਾਲ ਪਿੰਡ ਤੋਂ, ਅਸੀਂ ਗਰੇਵਾਲ ਫੈਮਿਲੀ ਤੋਂ ਬਿਲੋਂਗ ਕਰਦੇ ਆ। ਉਹ ਬਾਰ 'ਚ ਗਏ ਸੀ, ਜਿਹਨੂੰ ਨੀਲੀ ਬਾਰ ਕਹਿੰਦੇ ਆ, ਉੱਥੋਂ ਆ ਕੇ ਫਿਰ ਅਲਾਟਮੈਂਟ ਹੋਈ ਸੀ ਕਾਦੀਆਂ ਪਿੰਡ 'ਚ, ਜ਼ਮੀਨ ਸਾਡੀ ਉੱਥੇ ਅਲਾਟ ਹੋਈ ਆ। ਤੇ ਇਸ ਕਿੱਤੇ ਨਾਲ ਜੁਆਇਨ ਹੋਣ ਖਾਤਰ ਸਾਡੇ ਪਿਤਾ ਪੁਰਖ ਹੀ ਕਹਿ ਲਓ ਵੀ, ਮੇਰੇ ਗ੍ਰੈਂਡਫਾਦਰ ਨੇ BKU ਬਣਾਈ ਸੀ ਜੀ। ਸਭ ਤੋਂ ਪਹਿਲਾਂ ਲੁਧਿਆਣੇ ਦੇ ਮਾਂਗੜ ਬਲਾਕ ਦੇ ਵਿੱਚ ਪ੍ਰਤਾਪ ਸਿੰਘ ਕਾਦੀਆਂ ਸੀਗੇ, ਉਹ ਪਹਿਲਾਂ MLA ਬਣੇ ਜੀ 68 ਦੇ ਵਿੱਚ। 71 ਦੇ ਵਿੱਚ ਉਦੋਂ ਸਰਕਾਰ ਟੁੱਟੀ ਤਾਂ ਫਿਰ ਇਹਨਾਂ BSc ਐਗਰੀਕਲਚਰ ਲੈਲਪੁਰ ਤੋਂ ਕੀਤੀ ਹੋਈ ਸੀ ਉਹਨਾਂ ਨੇ। ਤੇ ਉਹਨਾਂ ਨੇ ਉਸ ਨੂੰ ਦੇਖਦੇ ਹੋਏ ਵੀ ਰਾਜਨੀਤੀ ਸ਼ਾਇਦ ਇਹਨੂੰ ਖੇਤੀ ਦੇ ਕਿੱਤੇ ਨੂੰ ਇੰਪੋਰਟੈਂਸ ਨਹੀਂ ਦੇ ਰਹੀ। ਸਾਡੀ ਫੈਮਿਲੀ 'ਚ ਇਹ ਆ ਵੀ ਅਸੀਂ ਆਪਣੀ ਖੇਤੀ ਨਾਲ ਬਹੁਤ ਪਿਆਰ ਕਰਦੇ ਹਾਂ, ਇਕਨੋਮਿਕਲੀ ਵੀ ਉਹ 'ਤੇ ਇਨਵੋਲਵਡ ਆ, ਵੀ ਉਹਦੇ 'ਤੇ ਹੀ ਨਿਰਭਰ ਆ, ਪਰ ਸਾਨੂੰ ਅਸੀਂ ਸ਼ੌਕ ਨਾਲ ਕਰਦੇ ਹਾਂ। ਸਾਡੀ, ਮੇਰਾ ਬੇਟਾ ਵੀ ਮਤਲਬ 5 ਜਨਰੇਸ਼ਨਾਂ ਹੋ ਗਈਆਂ, ਅਸੀਂ ਬਹੁਤ ਸ਼ੌਕ ਨਾਲ ਖੇਤੀ ਕਰਦੇ ਹਾਂ ਤੇ ਇਹਦੇ ਕਿੱਤੇ 'ਚ ਖੁਸ਼ ਵੀ ਆ। ਤੇ ਉਹਨਾਂ ਨੇ ਜਦੋਂ ਆਏ, ਨਹੀਂ ਗੱਲ ਬਣੀ ਸਿਆਸਤ 'ਚ, ਗੁੱਸੇ ਦਾ ਸੁਭਾਅ ਸੀ ਉਹਨਾਂ ਦਾ, ਸਿਆਸਤ 'ਚ ਚੱਲਦਾ ਨਹੀਂ, ਉਹ ਚੱਲੇ ਨਹੀਂ, ਤਾਂ ਉਹਨਾਂ ਨੇ ਇੱਕ ਛੋਟਾ ਜਿਹਾ ਯੂਨਿਟ ਮਾਂਗੜ ਬਲਾਕ 'ਚ ਜ਼ਿਮੀਂਦਾਰਾ ਖੇਤੀਬਾੜੀ ਬਣਾਇਆ ਜੀ। ਕਿਹੜੇ ਸੰਨ ਦੇ ਵਿੱਚ? ਇਹ 71 ਦੇ ਵਿੱਚ। 71, ਹਾਂ। ਜ਼ਿਮੀਂਦਾਰਾ ਯੂਨੀਅਨ ਬਣਾਈ, ਤਾਂ ਉਹ ਸਾਲ 1.5 ਸਾਲ 'ਚ ਜੁਆਇਨ ਕਰਨ, ਲੁਧਿਆਣਾ ਜੁਆਇਨ ਹੋ ਗਿਆ, ਕੁਝ ਹੋਰ ਜ਼ਿਲ੍ਹੇ ਜੁਆਇਨ ਹੋ ਗਏ। ਤਾਂ ਉਹਦੇ 'ਚ ਇੱਕ ਇਤਰਾਜ਼ ਆਇਆ ਜੀ, ਸਾਡੇ ਇਲਾਕੇ 'ਚ ਜ਼ਿਮੀਂਦਾਰ ਕਹਿੰਦੇ ਆ ਜੱਟਾਂ ਨੂੰ, ਤੇ ਉਹ ਕਹਿੰਦੇ ਵੀ ਨਹੀਂ, ਕਿਸਾਨ ਸਾਰੇ ਹੀ ਕਿਸਾਨ ਹੁੰਦੇ ਆ, ਵੀ ਜ਼ਿਮੀਂਦਾਰ ਇੱਕ ਜੱਟ ਬਰਾਦਰੀ ਨੂੰ ਤੁਸੀਂ ਇਨਵੋਲਵਡ ਕਰਕੇ ਕਿਸਾਨੀ ਨੂੰ ਨਹੀਂ ਦੇਖ ਸਕਦੇ। ਤਾਂ ਇਹਨੂੰ, ਇਹ ਤੋਂ ਉੱਪਰ ਉੱਠਣਾ ਪੈਣਾ ਤੁਹਾਨੂੰ, ਕਿਉਂਕਿ ਸਾਡੇ ਕਈ ਬਰਾਦਰੀਆਂ ਸੀ ਜਿਹੜੀਆਂ ਹੋਰ ਖੇਤੀਬਾੜੀ ਕਰਦੀਆਂ ਸੀਗੀਆਂ। ਤਾਂ ਫਿਰ ਉਹਨਾਂ ਨੇ ਫਿਰ ਇਹਦੇ 'ਚ ਨਾਂ ਚੇਂਜ ਕਰਕੇ ਇਹਨੂੰ ਡਕੈਤ ਸਾਹਿਬ ਤੱਕ ਪਹੁੰਚ ਕੀਤੀ, ਫਿਰ ਸਾਂਝੇ ਤੌਰ ਤੇ। ਟਕੈਤ ਸਾਹਿਬ ਮੇਨ, ਭਾਰਤੀ ਕਿਸਾਨ ਯੂਨੀਅਨ ਮੇਨ ਜਿਹੜੀ ਸੀ, ਟਕੈਤ ਸਾਹਿਬ ਮੇਨ ਲੀਡਰ ਸੀਗੇ। ਉਹ ਇੱਕ ਉਹਨਾਂ ਦੇ ਜਾਟ ਹੁੰਦੇ ਆ ਜੀ, ਉਹਨਾਂ ਦੀ ਇੱਕ ਹੁੰਦੇ ਆ, ਹਾਂ ਕੀ ਕਹਿੰਦੇ ਆ, ਬਰਾਦਰੀਆਂ ਅਲੱਗ-ਅਲੱਗ ਹੁੰਦੀਆਂ ਨੇ, ਤੇ ਉਹਨਾਂ ਦੇ ਟਿੱਕਾ ਲੱਗਦਾ ਜੀ ਉਹਨਾਂ ਦੇ। ਉਹ ਸਾਰੀਆਂ ਬਰਾਦਰੀਆਂ ਦੇ ਹੈੱਡ ਸੀਗੇ। ਤਾਂ ਇੱਕ ਜਾਟ ਹੋਣ ਖਾਤਰ ਖੇਤੀ ਨੂੰ ਇਨਵੋਲਵ ਸੀ, ਤਾਂ ਇੱਕ ਟਿਕੈਤ ਨੂੰ ਮਿਲਣ ਗਏ ਸੀ, ਵੀ ਜਿਹੜਾ ਟਿੱਕਾ ਲੱਗਿਆ ਹੋਇਆ ਜਿਹਨੂੰ ਸਾਰੀ ਬਰਾਦਰੀ ਮੰਨਦੀ ਆ, ਉਹਦੀ ਗੱਲਬਾਤ, ਤਾਂ ਉਹਨੂੰ ਮੰਨਣ ਗਏ ਸੀ ਵੀ ਖੇਤੀ ਦੀ ਆਪਾਂ ਇੱਕ ਇਹੋ ਜਿਹੀ ਤਾਂ ਕਹਿ ਦਿੰਦੇ ਆ, ਟਿੱਕਾ ਲੱਗਣ ਕਰਕੇ, ਟਿੱਕੇ ਖਾਤਰ ਕਹਿੰਦੇ ਆ ਜੀ। ਇਹਨਾਂ ਦੀ ਕੀ ਆਪਾਂ ਕਹਿੰਦੇ ਆ, ਜਿਹੜੀਆਂ ਆਹ ਬੈਠੇ ਨੇ, ਮੈਨੂੰ ਵਰਡ ਨਹੀਂ ਆ ਰਿਹਾ ਹੁਣ ਦਿਮਾਗ 'ਚ, ਇਹਨਾਂ ਦੀ ਬਰਾਦਰੀਆਂ ਨੇ ਅਲੱਗ-ਅਲੱਗ ਕਾਸਟ ਦੀਆਂ ਅਲੱਗ-ਅਲੱਗ ਬਣੀਆਂ ਹੋਈਆਂ ਨੇ, 34 ਨੇ, ਤੇ ਉਹਦੇ ਟਕੈਤ ਨੇ ਜੀ ਉਹ ਵੱਡੇ। ਰਕੇਸ਼ ਟਕੈਤ ਦੇ ਡੈਡ ਸੀਗੇ ਤੇ ਮਹਿੰਦਰ ਸਿੰਘ ਟਕੈਤ। ਉਹਨਾਂ ਨੂੰ ਕਿਹਾ ਸੀ ਵੀ ਆਪਾਂ ਯੂਨੀਅਨ ਬਣਾਉਣੀ ਹੈ ਇੱਥੇ, ਫਿਰ ਉਹਨਾਂ ਨਾਲ ਰਲ ਕੇ ਉਹਨਾਂ ਨੇ ਆਪ ਦਾ ਕੀਤਾ ਹੋਇਆ ਸੀ, ਪ੍ਰੈਸ਼ਰਾਈਜ਼ ਕੀਤਾ ਸੀ ਖੇਤੀਬਾੜੀ ਦਾ, ਮਿੱਲਾਂ ਮੁੱਲਾਂ ਘੇਰਦੇ ਹੁੰਦੇ ਸੀਗੇ। ਤਾਂ ਉਦੋਂ ਭਾਰਤੀ ਕਿਸਾਨ ਯੂਨੀਅਨ ਨਾਂ ਰੱਖਿਆ ਵੀ ਆਪਾਂ ਭਾਰਤ ਦੀ ਬਣਾਉਂਦੇ ਆ, ਕਿਸਾਨ ਯੂਨੀਅਨ ਸਾਰੇ ਇਨਵੋਲਵਡ ਹੋਣਗੇ ਉਹਦੇ ਵਿੱਚ। ਉਹਨੂੰ ਫਿਰ ਇਨਵੋਲਵਡ ਕਰਕੇ ਇਹ ਲੈ ਕੇ ਆਏ ਇਸ ਯੂਨੀਅਨ ਨੂੰ, ਕਿ ਤਕਰੀਬਨ ਇਹਨਾਂ ਨੇ 15 ਸਟੇਟਾਂ ਤੱਕ ਪਹੁੰਚਾਇਆ, ਜਿੱਥੇ ਤੱਕ ਹੁਣ ਵੀ ਚੱਲ ਰਹੀਆਂ ਨੇ, ਅਲੱਗ-ਅਲੱਗ ਨਾਂ ਹੋ ਗਏ ਹੁਣ ਤਾਂ, ਚਲੋ ਬਹੁਤ ਇਹਦੇ ਅੱਗੇ ਡਿਵੀਜ਼ਨ ਹੋ ਗਈ। ਤਾਂ ਉਹਨਾਂ ਤੋਂ ਬਾਅਦ ਮੇਰੇ ਫਾਦਰ ਸੀਗੇ, ਉਹ ਹੈ ਤਾਂ ਪ੍ਰੋਫੈਸਰ ਸੀਗੇ ਜੀ ਯੂਨੀ ਕਾਲਜ 'ਚ, ਪਰ ਉਹਨਾਂ ਨੇ ਜਦੋਂ ਵਿੱਚ ਵਿਚਾਲੇ ਛੱਡ ਕੇ ਪ੍ਰੋਫੈਸਰੀ ਆਪਣੀ ਖੇਤੀ ਦਾ ਕਿੱਤਾ ਅਪਣਾਇਆ, ਤਾਂ ਮੇਰੇ ਗ੍ਰੈਂਡਫਾਦਰ ਤੋਂ ਬਾਅਦ ਉਹਨਾਂ ਨੇ ਇਨਵੋਲਵਡ ਹੋ ਗਏ।
ਬਾਕੀ ਤਾਂ ਵੱਡੇ ਨਾਮ ਸਾਰੇ ਸੀਗੇ ਇਹਦੇ ਵਿੱਚ। ਲਖੋਵਾਲ ਸਾਹਿਬ ਸੀ, ਰਾਜੇਵਾਲ ਸਾਹਿਬ ਸੀ, ਪਿਚੌਰਾ ਸਿੰਘ ਸੀਗੇ, ਆਪਣੇ ਗ੍ਰਾਹਾਂ ਸਾਹਿਬ ਸੀਗੇ, ਬਹਿਰੂ ਸਾਹਿਬ ਸੀਗੇ, ਸਤਨਾਮ ਸਿੰਘ ਬਹਿਰੂ ਸੀਗੇ ਜੀ, ਤੇ ਬਹੁਤ ਵੱਡੇ ਨਾਂ ਸੀ ਹੋਰ ਜਿਹੜੇ ਮੈਂ ਸ਼ਾਇਦ ਭੁੱਲ ਰਿਹਾ ਹੁਣ। ਤੇ ਉਹਨਾਂ ਨੇ ਫਿਰ ਇਹ ਯੂਨਿਟ ਬਣਾ ਕੇ ਬਹੁਤ ਵੱਡੇ ਲੈਵਲ ਦੇ ਉੱਤੇ 72-3 ਦੇ ਵਿੱਚ ਵੱਡੀਆਂ ਲੜਾਈਆਂ ਲੜੀਆਂ। ਇੰਦਰਾ ਗਾਂਧੀ ਦੇ ਉਲਟ ਵੀ ਲੜੀ ਜਦੋਂ 76 ਰੁਪਏ ਤੋਂ ਕਣਕ ਕਰਕੇ 72 ਰੁਪਏ ਕਰਤੀ ਸੀ। ਮੇਨ ਐਕਟਿਵ 70s ਦੇ ਦੌਰ 'ਚ ਹੁੰਦੀ ਆ ਭਾਰਤੀ ਕਿਸਾਨ ਯੂਨੀਅਨ। ਹਾਂਜੀ, ਉਦੋਂ ਹੋਈ ਸੀ ਕਿਉਂਕਿ ਇਹਨਾਂ ਨੂੰ ਇੰਦਰਾ ਗਾਂਧੀ ਨੇ ਜਦੋਂ ਮੀਟਿੰਗ ਕੀਤੀ ਸੀ ਇਹਨਾਂ ਨੇ ਕਿਹਾ ਸੀ ਵੀ ਜਿਹੜੇ ਅਨਆਰਗਨਾਈਜ਼ਡ ਜਥੇਬੰਦੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਹੱਕ ਆਰਗੇਨਾਈਜ਼ ਜਥੇਬੰਦੀਆਂ ਲੈ ਜਾਂਦੀਆਂ ਨੇ। ਇਹਨਾਂ ਨੂੰ ਪੜ੍ਹੇ ਲਿਖੇ ਹੋਣ ਕਾਰਨ ਰਾਜੇਵਾਲ ਸਾਹਿਬ ਨਾਲ ਸੀ, ਇਹਨਾਂ ਨੂੰ ਸਮਝ ਆਇਆ ਵੀ ਨਹੀਂ ਇਹ ਤਾਂ ਆਰਗੇਨਾਈਜੇਸ਼ਨ ਬਣਾਉਣੀ ਪੈਣੀ ਆ ਆਪਾਂ ਨੂੰ, ਵੀ 76 ਰੁਪੀਸ ਦੇ ਕੇ ਦੁਬਾਰਾ 72 ਰੁਪੀਸ ਕਰਨਾ ਕਣਕ ਦਾ। ਤਾਂ ਕਹਿੰਦੇ ਇਸ ਵਾਰ ਤਾਂ ਦੇ ਦਿੰਦੇ ਹੋ, ਅਗਲੀ ਵਾਰ ਮੈਂ ਨਹੀਂ ਤੁਹਾਨੂੰ ਵਧਾ ਕੇ ਦਊਂਗੀ। ਇਹਨਾਂ ਨੂੰ ਬੜਾ ਗੁੱਸਾ ਲੱਗਿਆ ਵੀ ਅਗਲੀ ਵਾਰ ਤਾਂ ਖਰਚੇ ਹੋਰ ਵਧਣੇ ਆ ਤੇ ਕਣਕ ਦਾ ਭਾਅ ਨਹੀਂ ਵਧੂਗਾ ਤਾਂ ਫਿਰ ਕਿਵੇਂ ਆ। ਇਹ ਆਰਗੇਨਾਈਜੇਸ਼ਨ ਹੋਂਦ ਚ ਆਈ। ਉਦੋਂ ਬਾਅਦ ਤੁਹਾਡੇ ਗ੍ਰੈਂਡਫਾਦਰ ਉਦੋਂ ਨਾਲ ਰਹਿੰਦੇ ਸੀ, ਨਾਲ ਸੀਗੇ, ਇਨਵੋਲਵ ਸੀਗੇ ਸਾਰਿਆਂ ਦੇ, ਤੇ ਈਵਨ ਸੈਕਟਰੀ ਵੀ ਰਹੇ, ਫਿਰ ਪ੍ਰਧਾਨ ਰਹੇ 2 ਟਰਮਸ। ਤਾਂ ਫਿਰ ਮੇਰੇ ਫਾਦਰ ਨੇ ਮਤਲਬ ਤਕਰੀਬਨ 80s ਦੇ ਵਿੱਚ ਆ ਕੇ 84 ਤੇ 85 ਦੇ ਵਿੱਚ ਜੁਆਇੰਟ ਕੀਤਾ ਐਜ਼ ਬਲਾਕ ਪ੍ਰਧਾਨ, ਫਿਰ ਜ਼ਿਲ੍ਹਾ ਪ੍ਰਧਾਨ ਬਣੇ ਜਿਵੇਂ ਇਹਨਾਂ ਦੇ ਰੂਲਸ ਹੈਗੇ ਆ BKU ਦੇ। ਤਾਂ ਪਹੁੰਚਦੇ ਸੈਕਟਰੀ ਜਨਰਲ ਤੱਕ ਰਹੇ। ਅੱਛਾ, ਇਹਦੇ 'ਚ ਡੈਮੋਕ੍ਰੇਸੀ ਹੈ ਪੂਰੀ ਵੀ ਥੱਲੋਂ ਉੱਤੇ ਆਉਂਦਾ ਬੰਦਾ? ਹਾਂਜੀ ਹਾਂਜੀ, ਥੱਲੇ ਪਹਿਲਾਂ ਪਿੰਡ ਦੀ ਇਕਾਈ ਦਾ ਪ੍ਰਧਾਨ ਬਣਦਾ ਜੀ, ਫਿਰ ਉਹਦਾ ਬਲਾਕ ਦਾ ਪ੍ਰਧਾਨ ਬਣਦਾ, ਫਿਰ ਜ਼ਿਲ੍ਹੇ ਦਾ ਪ੍ਰਧਾਨ ਬਣਦਾ ਜੀ। ਫਿਰ ਜ਼ਿਲ੍ਹੇ ਪ੍ਰਧਾਨ ਤੋਂ ਬਾਅਦ ਕੋਈ ਸਰਵਿਸ ਦਿਖਦੀ ਆ, ਜੇ ਪੰਜਾਬ ਦਾ ਪ੍ਰਧਾਨ ਹੈਗਾ ਤਾਂ ਉਹਨੂੰ ਸਰਵਿਸ ਦਿਖਦੀ ਆ ਵੀ ਹਾਂ ਮੈਂ 8 ਬੰਦਿਆਂ ਜਿਹੜੀ ਕਮੇਟੀ 'ਚ ਬਣਾਉਣਾ ਪੰਜਾਬ ਦੀ ਕਮੇਟੀ, ਫਿਰ ਬੰਦਾ ਪਹੁੰਚਦਾ ਉੱਪਰ। ਤੇ ਉਹ ਇੱਧਰ ਸਟੈਪ ਵਾਈਜ਼ ਜਦੋਂ ਉੱਪਰ ਆਏ ਤਾਂ ਲਖੋਵਾਲ ਸਾਹਿਬ ਨਾਲ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ, ਸੈਕਟਰੀ ਜਨਰਲ ਰਹੇ। ਤੇ ਐਂਡ ਟਾਈਮ ਤੱਕ 2007 ਚ ਉਹਨਾਂ ਦੀ ਜਨਵਰੀ ਡੈਥ ਹੋਈ ਸੀਗੀ, ਜਦ ਤੱਕ ਉਹ ਲਖੋਵਾਲ ਸਾਹਿਬ ਨਾਲ ਰਹੇ ਸੀਗੇ। ਤੇ ਤੁਸੀਂ ਫਿਰ ਕਦੋਂ ਇੰਟਰੋਡਿਊਸ ਹੋਏ ਹੋ? ਜਦੋਂ ਮੇਰੇ ਫਾਦਰ ਦੀ ਡੈਥ ਹੋਈ ਆ ਜੀ, ਜਦ ਹੀ ਲਖੋਵਾਲ ਸਾਹਿਬ ਨੇ ਬੈਚ ਲਾਤਾ ਉਹਨਾਂ ਦੀ ਭੋਗ ਤੇ ਹੀ, ਜਦ ਤਾਂ ਉਹਨਾਂ ਨਾਲ ਚੱਲੇ ਹੋਏ ਆ ਜੀ। ਉਸ ਤੋਂ ਪਹਿਲਾਂ ਤੁਸੀਂ ਜਿਵੇਂ ਹੁਣ ਮੈਂ ਦੇਖਿਆ ਤੁਹਾਡਾ ਬੇਟਾ ਬਹੁਤ ਐਕਟਿਵ ਹੁੰਦਾ ਹੈ, ਮੈਨੂੰ 3-4 ਸਾਲ ਤੁਹਾਡੀਆਂ ਇੰਟਰਵਿਊਜ਼ ਕਰਦੇ ਹੋ ਗਏ, ਆਪਾਂ ਮਿਲਦੇ ਰਹਿੰਦੇ, ਉਹ ਨਾਲ ਹੀ ਹੁੰਦਾ ਤੁਹਾਡੇ? ਬਿਲਕੁਲ ਬਿਲਕੁਲ, ਉਹਨੂੰ ਇੰਟਰਸਟ ਆ ਜੀ ਇਸ ਚੀਜ਼ 'ਚ, ਤੇ ਖੇਤੀ 'ਚ ਤੇ ਗੁੱਸਾ ਵੀ ਹੈ ਜੀ ਸਰਕਾਰਾਂ ਦੇ ਉਲਟ। ਇੱਕ ਜਿਹੜੀਆਂ ਟੇਬਲ ਟਾਕਸ ਜਾਂ ਡਾਈਨਿੰਗ ਟੇਬਲ ਆਪਾਂ ਘਰੇ ਗੱਲਾਂ ਕਰਦੇ ਹਾਂ, ਉਹ ਸਾਡੇ ਘਰ 'ਚ ਪਹਿਲੇ ਦਿਨ ਤੋਂ ਹੀ ਹੋ ਰਹੀਆਂ ਨੇ ਵੀ ਸਰਕਾਰਾਂ ਕੀ ਕਰਨਾ ਚਾਹੁੰਦੀਆਂ ਤੇ ਕਿਸਾਨ ਕੀ ਕਰਨਾ ਚਾਹੁੰਦੇ ਆ। ਰਿਫਾਰਮਸ ਨਹੀਂ ਆ ਰਹੇ, ਜਿਵੇਂ ਬਹੁਤ ਵੱਡੀਆਂ ਗੱਲਾਂ ਆਉਂਦੀਆਂ ਨੇ ਵੀ ਜੇ 7-8 ਸਾਲ 'ਚ ਇੱਕ ਬੱਚਾ +2 ਕਰਕੇ ਬਾਹਰ ਜਾ ਕੇ ਆਪਣੀ ਜ਼ਿੰਦਗੀ ਸੈੱਟ ਕਰ ਸਕਦਾ, ਇੱਥੇ ਕਿਉਂ ਨਹੀਂ ਕਰ ਸਕਦਾ। ਤੇ ਇਹ ਪ੍ਰੋਬਲਮ ਸਾਡੀ ਜਿਹੜੀ ਫਾਰਮਿੰਗ ਵਾਲੀ ਫੈਮਿਲੀਜ਼ ਉਹ ਸਾਰਿਆਂ ਦੇ ਵਿੱਚ ਹੀ ਆ ਵੀ 9th ਤੋਂ ਲੈ ਕੇ 10th ਨੂੰ +2 ਕਰਕੇ ਹਰੇਕ ਬੰਦਾ ਬਾਹਰ ਭੱਜਦਾ, ਵੀ ਉਹ ਕੀ ਰੀਜ਼ਨਸ ਨੇ। ਤਾਂ ਫਿਰ ਦੱਸੇ ਜਾਂਦੇ ਵੀ ਪੁਰਾਣੇ ਰੀਜ਼ਨਸ ਦੇ ਇੰਡੈਕਸ ਦੇ ਹਿਸਾਬ ਨਾਲ ਪਹਿਲਾਂ ਕਹਿੰਦੇ ਹੁੰਦੇ ਸੀ ਕੀਮਤ ਨਹੀਂ ਮਿਲੀ। ਜਦੋਂ ਡਾਕਟਰ ਜੌਲ ਰਿਪੋਰਟ ਬਣੀ ਸੀਗੀ 86 ਦੇ ਵਿੱਚ, ਉਦੋਂ 76 ਤੋਂ 86 ਦੀ ਸਟੱਡੀ ਹੋਈ ਸੀਗੀ ਜੀ। ਉਹਨਾਂ ਨੇ ਸਾਫ਼ ਲਿਖਤਾ ਸੀ ਵੀ ਕੀਮਤਾਂ ਨਾ ਮਿਲਣ ਕਾਰਨ ਕਰਜ਼ਾ ਚੜਿਆ। ਤੇ ਅੱਜ ਦੇਖੋ ਕਿੰਨੀ ਦਹਾਕੇ ਬਦਲ ਗਏ ਤੇ ਕਰਜ਼ਾ ਕਿੰਨਾ ਚੜ ਗਿਆ, ਸੁਸਾਈਡਸ ਵੱਧ ਗਈਆਂ, ਫਾਰਮਿੰਗ ਦੇ ਵਿੱਚੋਂ ਇਨਕਮ ਘਟ ਗਈ, ਜਿੰਨੇ ਹਿਸਾਬ ਨਾਲ ਖਰਚੇ ਵਧੇ ਨੇ। ਤਾਂ ਫਾਰਮਰ ਦੀ ਲਾਈਵ ਹੁਣ 19 ਤੇ ਵਧ ਨਹੀਂ ਸਕੀ ਜਿੰਨੀ ਉਦੋਂ ਸੀਗੀ। 72 ਰੁਪਏ 'ਚ ਬਹੁਤ ਕੁਝ ਆ ਜਾਂਦਾ ਸੀਗਾ ਜੀ, ਹੁਣ 1975 ਰੁਪਏ 'ਚ ਉਹ ਕੁਝ ਨਹੀਂ ਆਉਂਦਾ। ਹਾਂਜੀ ਹਾਂਜੀ। ਤੁਸੀਂ ਵੀ ਆਪਦੇ ਫਾਦਰ ਨਾਲ ਉਵੇਂ ਜਾਂਦੇ ਰਹੇ ਹੋ ਜਾਂ ਦਾਦਾ ਜੀ ਦੇ ਨਾਲ? ਤੁਹਾਡੇ ਯਾਦ ਵੀ ਜਦੋਂ ਜਿਵੇਂ ਤੁਸੀਂ ਛੋਟੇ ਸੀਗੇ 8-9 ਸਾਲ ਦੇ, ਉਦੋਂ ਤੁਹਾਡੇ? ਬਿਲਕੁਲ, ਗ੍ਰੈਂਡਫਾਦਰ ਵੇਲੇ ਵੀ ਜਾਂਦੇ ਰਹੇ। ਫਾਦਰ ਵੇਲੇ ਤਾਂ ਦੇਖੋ ਰੈਲੀ ਰੂਲੀ 'ਚ ਤਾਂ ਜਾਂਦੇ ਸੀਗੇ ਜੀ, ਸਾਰਾ ਦੇਖਦੇ ਸੀਗੇ। ਜਾਂ ਲੋਕਲਾਈਟਸ ਕੋਈ ਕੰਮ ਹੁੰਦਾ ਸੀਗਾ ਜਾਂ ਬਿਜਲੀ ਦਾ ਘਰਾਓ ਕਰਨਾ ਜਾਂ DC ਤੱਕ ਮੰਗ ਪੱਤਰ ਦੇਣਾ, ਜਦ ਤੱਕ ਜਾਂਦੇ ਰਹੇ ਆ ਜੀ, ਦੇਖਦੇ ਰਹੇ ਆ ਉਹਨਾਂ ਨੂੰ ਕੰਮ ਕਰਦੇ, ਦੇਖਦੇ ਰਹੇ, ਹਾਰਡਸ਼ਿਪ ਦੇਖਦੇ ਰਹੇ ਆ। ਆਪ ਦਾ ਘਰ ਦਾ ਕੰਮ ਛੱਡ ਕੇ ਚਲੇ ਜਾਂਦੇ ਸੀਗੇ ਜੀ। ਅਸੀਂ ਉਹਨਾਂ ਨੂੰ ਕਹਿਣਾ ਵੀ ਖੇਤੀ ਬਾਹੂ, ਜੋ ਮੈਂ ਤੁਹਾਨੂੰ ਆਪਣੀ ਥੋੜ੍ਹੀ ਜਿਹੀ ਲਾਈਫ ਦਾ ਦੱਸਦਾ ਫਰਕ। ਮੈਂ ਕਾਫੀ ਕਹਿੰਦਾ ਰਿਹਾ ਵੀ ਯਾਰ ਕਿਹੜੇ ਕੰਮ ਲੱਗੇ ਹੋਏ ਆ ਇਹ, ਵੀ ਆਪ ਦਾ ਕੰਮ ਸੰਭਾਲੀਏ, ਵੀ ਆਪਾਂ ਆਪ ਦੀ ਫਾਰਮਿੰਗ 'ਚ ਕੋਈ ਇੰਪਰੂਵਮੈਂਟ ਕਰ ਲਈਏ। ਜੇ ਮੇਰੇ ਫਾਦਰ ਸਾਥ ਦਿੰਦੇ ਤਾਂ ਉਹਦੇ 'ਚ ਮੈਂ ਚੰਗਾ ਇੰਪਰੂਵ ਕਰ ਸਕਦਾ ਸੀਗਾ। ਪਰ ਮੈਂ ਇੱਕ ਲਾਈਫ 'ਚ ਸਟੱਡੀ ਦੇਖਿਆ ਜੀ, 2007 ਤੋਂ ਯੂਨੀਅਨ 'ਚ ਲੱਗੇ ਹੋਏ ਆ, ਖੇਤੀ ਵੀ ਹੱਥੀਂ ਕਰੀਦੀ ਆ। ਤੇ ਪਰ ਅੱਜ ਕਦੀ ਘਾਟਾ ਨਹੀਂ ਪਿਆ ਜੀ। ਲੋਕਾਂ ਦੇ ਕੰਮ ਕਰਨਾ ਵਾਹਿਗੁਰੂ ਨਾਨਕ ਉਹੀ ਰੱਖ ਦਿੰਦਾ ਸੀ। ਹੁਣ ਅੰਦਰ ਵੀ ਲਿਖਿਆ ਵੀ ਅਸੀਂ ਨਾਨਕ ਦੇ ਕਿਸਾਨ ਆ। ਅੱਛਾ, ਹਾਂਜੀ, ਅੰਦਰ ਲਿਖਿਆ ਹੋਇਆ, ਮੋਟੋ ਵੀ ਲਿਖਿਆ। ਸਾਡੇ ਆ ਲੜਕੇ ਨੇ ਗਾਣਾ ਗਾਇਆ, ਤੁਸੀਂ ਗਾਣਾ ਵੀ ਸੁਣ ਕੇ ਦੇਖਿਓ ਵੀ ਅਸੀਂ ਖਾੜਕੂ ਨਹੀਂ ਹੈਗੇ, ਅਸੀਂ ਨਾਨਕ ਦੇ ਕਿਸਾਨ ਆ, ਸਾਊ ਆ, ਖੇਤੀ ਕਰਨ ਆਈ ਆ, ਸਾਨੂੰ ਨਾਨਕ ਲਾ ਕੇ ਗਿਆ ਸੀ ਖੇਤੀ, ਤਾਂ ਅਸੀਂ ਖੇਤੀ ਛੱਡਦੇ ਨਹੀਂ ਪਏ। ਤਾਂ ਇਹ ਜ਼ਮੀਨਾਂ ਨੂੰ ਅਸੀਂ ਕਹਿੰਦੇ ਆ ਵੀ ਸਾਡੇ ਕੋਲ ਰਹਿਣ, ਕਿਉਂਕਿ ਸਾਡੇ ਇੱਕ ਧਰਮ ਵੀ ਸਾਡਾ ਜੁੜਿਆ ਹੋਇਆ ਇਹਦੇ ਨਾਲ। ਸਾਡਾ ਬਾਬਾ ਜੋ ਖੇਤੀ ਕਰਦਾ ਸੀ, ਵੀ ਅਸੀਂ ਕਿਉਂ ਉਹੀ ਖੇਤੀ ਕਰਨੀ ਹੈ। ਤਾਂ ਫਿਰ ਐਕਟਿਵ ਕਦੋਂ ਹੁੰਨੇ ਹੋ? 2007 ਤੋਂ ਬਾਅਦ ਤੁਸੀਂ ਦੱਸਿਆ ਕਿ ਉਦੋਂ ਬੈਜ ਲਾਤਾ ਸੀ, ਫਿਰ ਲਖੋਵਾਲ ਸਾਹਿਬ ਦੇ ਨਾਲ ਸੀਗੇ? ਹਾਂਜੀ, ਲਗਾਤਾਰ ਲਖੋਵਾਲ ਸਾਹਿਬ ਨਾਲ ਕੰਮ ਕੀਤਾ ਜੀ। 2007 ਤੋਂ ਲੈ ਕੇ ਤਕਰੀਬਨ 16-17 ਦੀ 10 ਸਾਲ ਲਗਾਤਾਰ ਰਹੇ ਜੀ। ਇਹਨਾਂ ਨੇ ਪੰਜਾਬ ਟੀਮ 'ਚ ਵੀ ਰੱਖ ਲਿਆ ਸੀ, ਐਜ਼ ਵਾਈਸ ਪ੍ਰੈਜ਼ੀਡੈਂਟ ਰਹਿ ਗਿਆ ਸੀ। ਤੇ ਕੰਮ ਕਰਨ ਦਾ ਮੌਕਾ ਵੀ ਦਿੱਤਾ, ਸਿਖਾਇਆ ਵੀ ਬਹੁਤ ਕੁਝ ਸੀ, ਸਿੱਖੇ ਵੀ ਬਹੁਤ ਕੁਝ, ਮਾੜੀਆਂ ਚੰਗੀਆਂ ਚੀਜ਼ਾਂ ਵੀ ਦੇਖੀਆਂ ਤੇ ਸਮੇਂ ਨਾਲ ਰੜੇ ਵੀ ਹੈਗੇ ਆ। ਤੇ ਪਰ ਕੁਝ ਫੈਸਲੇ ਇਹੋ ਜਿਹੇ ਹੋ ਗਏ ਸੀਗੇ ਜਿਹੜੇ ਸਾਨੂੰ ਐਜ਼ ਜਿੱਥੇ ਫੈਮਿਲੀ ਤੌਰ ਤੇ, ਐਜ਼ ਕਿਸਾਨੀ ਤੌਰ ਤੇ ਜਿਹੜੇ ਸਾਨੂੰ ਚੰਗੇ ਨਹੀਂ ਲੱਗੇ ਸੀਗੇ। ਵੀ ਜਿਹੜੇ ਉਹਨਾਂ ਨੂੰ ਜਿਹੜਾ ਮੋਟਿਵ ਸੀ ਸਾਡਾ ਯੂਨੀਅਨ ਚਲਾਉਣ ਦਾ ਜਾਂ ਜਿਵੇਂ ਵੀ ਕੰਮ ਕਰਨ ਦਾ, ਕਿਉਂਕਿ ਮੇਰੇ ਗ੍ਰੈਂਡਫਾਦਰ ਤਾਂ ਇਹੋ ਜਿਹੇ ਸੀ ਵੀ ਉਹਨਾਂ ਨੇ ਦਫ਼ਤਰ ਵੀ ਦਿੱਤਾ ਸੀ ਇਹਨਾਂ ਨੂੰ ਲੁਧਿਆਣੇ ਸ਼ਹਿਰ ਦੇ ਵਿੱਚ, ਘੱਟੋ ਘੱਟ ਜਿਹੜਾ 2 ਕਰੋੜ ਦੀ ਕੀਮਤ ਹੋਣੀ ਆ ਉਹ ਵੀ ਦਾਨ ਕਰਤਾ ਸੀ।
ਜਦੋਂ ਇਹਨਾਂ ਨੂੰ ਕੋਈ ਜਾਣ ਆਉਣ 'ਚ ਤਕਲੀਫ ਪੈਂਦੀ ਸੀ ਤਾਂ ਘਰੋਂ ਲਿਆ ਕੇ ਕਾਰ ਦੇ ਦਿੱਤੀ ਸੀ, ਕਹਿੰਦੇ ਲੈ ਕਾਰ ਚੱਕੋ। ਪਰ ਲੋਕਾਂ ਨੂੰ ਉੱਪਰ ਵੱਧ ਤੋਂ ਵੱਧ ਆਪਾਂ ਅਪਲਿਫਟਮੈਂਟ ਕਰੀਏ, ਜਿਹੜੇ ਆਪਣੀ ਕਿਸਾਨੀ ਡੁੱਬਦੀ ਜਾ ਰਹੀ ਆ ਇਹਨੂੰ ਬਚਾਈਏ। ਤਾਂ ਉਹ ਸੋਚ ਨਹੀਂ ਲੈ ਕੇ ਜਿੰਨਾ ਤੁਰੇ ਸੀ ਸਾਨੂੰ ਉਹੋ ਜਿਹਾ ਫਲ ਨਹੀਂ ਮਿਲਿਆ। ਅਸੀਂ ਜਿਵੇਂ ਕਿੰਨੀ ਵਾਰ ਸੋਚਦੇ ਹਾਂ ਵੀ ਕਿੰਨੀਆਂ ਐਜੀਟੇਸ਼ਨਾਂ ਕਰ ਲਈਆਂ, ਵੀ ਮੰਗ ਪੱਤਰ ਕਿੰਨੀ ਵਾਰ ਦੇ ਦਿੱਤੇ, ਸਿਆਸੀ ਲੋਕ ਫੇਰ ਆਪਣੀ ਸਿਆਸੀ ਰੋਟੀ ਸੇਕ ਕੇ ਚਲੇ ਜਾਂਦੇ ਆ, ਕਿਸਾਨੀ ਫੇਰ ਉੱਥੇ ਅੱਜ ਸੁਈਸਾਈਡ ਵੀ ਉੱਥੇ, ਕਰਜ਼ੇ ਵੀ ਉੱਦਾਂ ਹੀ, ਫਸਲਾਂ ਦੇ ਮੁੱਲ ਵਧੇ ਆ, ਇੰਡੈਕਸ ਨਾਲ ਕਿੰਨਾ ਕੁ ਗੱਲ ਕਰ ਲਈ। ਪਰ ਕਈ ਵਾਰੀ ਕਿਹਾ ਜਾਂਦਾ, ਕਹਿੰਦਾ ਜੇ ਕਿਸਾਨ ਯੂਨੀਅਨ ਹੁੰਦੀ ਨਾ ਤਾਂ ਇੰਨਾ ਭਾਅ ਵੀ ਨਹੀਂ ਦੇਣਾ ਸੀਗਾ। ਜਿਵੇਂ ਹੁਣ ਤੁਸੀਂ ਕਹਿੰਦੇ ਪਏ ਹੋ ਵੀ ਆਪਾਂ 32 ਜਥੇਬੰਦੀਆਂ ਹੈ ਨਾ, ਸਾਡੇ ਤਾਂ ਹਿੱਕ ਤੇ ਲੱਗਦੀ ਆ ਜੀ 32 ਹੈ ਕਿਉਂ ਆ, ਹੋਣੀਆਂ ਨਹੀਂ ਚਾਹੀਦੀਆਂ। ਬਹੁਤ ਖੂਬਸੂਰਤ ਗੱਲ ਕਹੀ ਹੈ ਤੁਸੀਂ। ਹਾਂਜੀ ਹੋਣੀਆਂ ਨਹੀਂ ਚਾਹੀਦੀਆਂ। ਤੇ ਅੱਜ ਜੇ 32 ਇਕੱਠੀਆਂ ਸੀਗੀਆਂ ਤਾਂ ਕਰਕੇ ਵੀ ਦਿਖਾਇਆ ਨਾ। ਇੱਕ ਸੀ ਕਿਸੇ ਵੇਲੇ ਜਦੋਂ ਸ਼ੁਰੂਆਤ ਹੋਈ ਹੈ, ਬਿਲਕੁਲ ਇੱਕ 71 ਤੋਂ 86 ਤੱਕ ਇੱਕ ਰਹੀਆਂ ਜੀ, ਇੱਕ ਰਹੀ ਆ ਜੀ। ਫਿਰ ਹੌਲੀ ਹੌਲੀ ਡਿਵਾਈਡ ਹੁੰਦੇ ਗਏ ਸਾਰੇ। ਇੰਦਰਾ ਗਾਂਧੀ ਦੇ ਅੱਖਾਂ ਚੜ ਗਈਆਂ ਸੀਗੀਆਂ ਜੀ, ਉਹਨਾਂ ਨੇ ਜਦੋਂ ਲਾਇਆ ਵੀ ਬਈ ਇਹ ਕਰੋ ਕਿਸੇ ਤਰੀਕੇ ਨਾਲ। ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਸਿਆਸੀ ਇੰਨੀ ਪਾਵਰਫੁਲ ਹੋ ਗਈ ਸੀ ਕਿਸਾਨ ਯੂਨੀਅਨ। ਇੱਕ ਟਾਈਮ ਦਾ ਅਜੀਤ ਅਖਬਾਰ ਆ ਜੀ, ਇੱਕ ਟਾਈਮ ਦਾ ਸਮਾਂ ਹੁੰਦਾ ਜੀ, ਉਹਦਾ ਕਾਰਟੂਨ ਬਣਿਆ ਸੀਗਾ ਜਿੱਥੋਂ ਸਾਨੂੰ ਮਾਰ ਪਈ, ਜਿੱਥੋਂ ਲਖਵਾਲ ਸਾਹਿਬ ਦੀ ਫੋਟੋ ਬਣਾਈ ਸੀ, ਇੱਕ ਪਾਸੇ ਬਿਆਨ ਸਿੰਘ, ਇੱਕ ਪਾਸੇ ਬਾਦਲ ਸਾਹਿਬ, ਦੋਨੇ ਢਾਏ ਹੋਏ ਸੀਗੇ। ਅੱਛਾ ਹਾਂ, ਇਹ ਛਪਿਆ ਅਖਬਾਰ ਦੇ ਵਿੱਚ, ਕਾਰਟੂਨ ਬਣਿਆ ਛਪਿਆ ਜੀ ਐਜ਼ ਕਾਰਟੂਨ। ਤੇ ਮਤਲਬ ਇੰਨੀ ਰੂਟ ਲੋਕੀ ਹੋ ਗਏ ਸੀਗੇ, ਇਸ ਲੈਵਲ ਤੱਕ ਚਲੀ ਗਈ ਸੀਗੀ। ਪਰ ਜਿੰਨੀ ਗ੍ਰੈਵਿਟੀ ਹੁਣ ਹੈ ਐਜੀਟੇਸ਼ਨ ਦੀ, ਆ ਹੁਣ ਜਿਸ ਪੱਧਰ ਤੇ ਲੋਕ ਰਿਸਪੈਕਟ ਦੇ ਰਹੇ ਹੈ ਸਾਰੀਆਂ ਜਥੇਬੰਦੀਆਂ ਨੂੰ, ਉਸ ਵੇਲੇ ਇਸੇ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ। ਮੇਰਾ ਦਾਦਾ ਜੀ ਸਕੂਟਰ ਤੇ ਜਾਂਦੇ ਹੁੰਦੇ ਸੀ, ਕਹਿੰਦੇ ਜੇ ਕਿਸੇ ਪਿੰਡੋਂ ਨਿਕਲਣਾ ਤਾਂ ਹਾਕ ਮਾਰ ਕੇ ਉਹ ਡੋਨੇਸ਼ਨ ਦਿੰਦੇ ਸੀਗੇ ਜੀ ਲੋਕੀ, ਵੀ ਆ 10 ਰੁਪਏ ਲੈ ਜਾ ਪ੍ਰਤਾਪ ਸਿੰਘ, ਤੂੰ ਤੁਰਿਆ ਜਾਣਾ ਵੀ ਤੇਰਾ ਖਰਚਾ ਹੁੰਦਾ ਰੋਜ਼, ਵੀ ਲੈ ਜਾ। ਉਹ ਕਹਿੰਦੇ ਮੈਨੂੰ ਇਹੋ ਜਿਹੀ ਰਿਸਪੈਕਟ ਮਿਲਦੀ ਸੀ, ਵੀ ਮੈਨੂੰ ਐਮਐਲਏ ਬਣ ਕੇ ਨਹੀਂ ਉਹ ਰਿਸਪੈਕਟ ਮਿਲੀ ਜਿਹੜੀ ਮੈਨੂੰ ਯੂਨੀਅਨ ਚਲਾ ਕੇ ਰਿਸਪੈਕਟ ਮਿਲੀ। ਅਸੀਂ ਨਾਲ ਦੇ ਨੂੰ ਕਹਿੰਦੇ ਹੁੰਦੇ ਸੀ ਆ ਕੰਮ ਹਰੀ ਬੱਗ ਤੇ ਬਹੁਤ ਦਾਗ ਲੱਗੇ ਹੋਏ ਨੇ, ਵੀ ਉਤਰਨੇ ਨਹੀਂ ਜਿੰਨੇ ਕਿ ਕਈ ਗੱਲਾਂ ਹੁਣ ਕਹਿਣ ਵਾਲੀਆਂ ਨਹੀਂ ਹੁੰਦੀਆਂ। ਮੂਵਮੈਂਟ ਇਹੋ ਜਿਹੇ ਤਾਂ ਤੇ ਪਹੁੰਚ ਚੁੱਕੀ ਆ ਵੀ ਕਈ ਗਲਤੀਆਂ ਵੀ ਬਹੁਤ ਹੋਈਆਂ ਨੇ, ਲੋਕਾਂ ਦਾ ਵਿਸ਼ਵਾਸ ਵੀ ਉੱਡ ਗਿਆ ਸੀਗਾ। ਪਰ ਹੁਣ ਜਦੋਂ ਜਾਈਦਾ ਤੇ ਫੋਨ ਜਦੋਂ ਆਉਂਦੇ ਆ, ਬਾਈ ਕੀ ਭੇਜੀਏ, ਵੀ ਕੁੰਡਲੀ ਚਾਹੀਦਾ ਕਿਕਰੀ ਚਾਹੀਦਾ, ਤਾਂ ਐਂ ਲੱਗਦਾ ਵੀ ਹਾਂ ਰਿਸਪੈਕਟ ਹੁਣ ਅਸੀਂ ਸਾਨੂੰ ਇੱਜ਼ਤ ਨਾਲ ਜੀਣ ਦਾ ਮੌਕਾ ਦੇ ਦਿੱਤਾ, ਤਾਂ ਹੀ ਇੱਥੇ ਅੜਕੇ ਖੜੇ ਆ। ਵੀ ਦੁਬਾਰਾ ਇਹ ਲੋਕਾਂ ਨੇ ਉਹ ਰਿਸਪੈਕਟ ਸਾਡੇ 'ਚ ਪਾਈ ਵੀ ਹਾਂ ਨਹੀਂ, ਸਾਡੀ ਕਿਸਾਨ ਜਥੇਬੰਦੀਆਂ ਉਹੀ ਨੇ ਜਿਹੜੀਆਂ ਕਿਸਾਨਾਂ ਵਾਸਤੇ ਕਰਦੀਆਂ ਨੇ, ਆਵਾਮ ਵਾਸਤੇ ਸੋਚਦੀਆਂ ਨੇ। ਉਹ ਸਾਡੇ ਲੀਡਰ ਤਾਂ ਇਹੀ ਕਹੀਦਾ ਹੀ ਨਹੀਂ ਕਿਸੇ ਨੂੰ, ਲੀਡਰ ਤਾਂ ਸਾਨੂੰ ਖਾ ਗਏ, ਲੀਡਰ ਅੱਖਰ ਹੀ ਸਾਨੂੰ ਇਹੋ ਜਿਹਾ ਗੰਦਾ ਲੱਗਣ ਲੱਗ ਗਿਆ। ਅਸੀਂ ਤਾਂ ਆਪ ਦੀਆਂ ਬੰਦਿਆਂ 'ਚ ਇੱਕ ਦੂਜੇ ਨੂੰ ਭਰਾ ਤੌਰ 'ਤੇ ਵਰਤਦੇ ਹਾਂ, ਤੇ ਜਿਵੇਂ ਅਸੀਂ ਆਪਣੇ ਜਥੇਬੰਦੀਆਂ 'ਚ ਕੰਮ ਕਰਦੇ ਹਾਂ ਤੇ ਸਾਨੂੰ ਹੁਣ ਇਸ ਲੋਕੇਸ਼ਨ ਸਾਨੂੰ ਹੋਰ ਕੁਝ ਮਿਲੇ ਨਾ ਮਿਲੇ, ਜਿਹੜੀ ਸਾਨੂੰ ਇੱਜ਼ਤ ਮਿਲ ਗਈ ਨਾ ਸਾਨੂੰ ਇਹੀ ਕਾਫੀ ਹੈ। ਤਾਂ ਹੀ ਅਸੀਂ ਅੜੇ ਹੋਏ ਹਾਂ ਵੀ ਐਤਕੀ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਵੀ ਇਹ ਲੈ ਕੇ ਦਈਏ ਵੀ ਇਹ ਕਾਰਪੋਰੇਟ ਘਰਾਣੇ ਆਪਾਂ ਨੂੰ ਮੁੱਲ ਨਹੀਂ ਖਰੀਦ ਸਕਦੇ। ਆਪਾਂ ਉਹੀ ਸਿੰਘ ਆ ਜਿਹੜੇ ਕਿਸੇ ਦੇ ਥੱਲੇ ਝੁਕੇ ਨਹੀਂ ਹੈ। ਅੰਗਰੇਜ਼ ਇੱਕ ਵਾਰੀ ਵਾਲ ਲਏ ਸੀਗੇ, ਉਦੋਂ ਵੀ ਗੁਜਰਾਤ ਦੇ ਰਾਜ ਬੜੇ, ਬੰਗਲਾਦੇਸ਼ ਦੇ ਰਾਜ ਬੜੇ, ਅੱਜ ਵੀ ਉਦੋਂ ਹੀ ਬੜੇ ਆ। ਤੇ ਇਹ ਪੰਜਾਬ ਨੇ ਰੋਕਣੇ ਸੀਗੇ ਤੇ ਪੰਜਾਬ ਨੇ ਹੀ ਰੋਕੇ ਆ। ਸਾਥ ਅਸੀਂ ਦਿੱਤਾ, ਘਰੋਂ ਤੁਰੇ ਸੀ ਪੰਜਾਬੀ ਇਕੱਲੇ, ਇੱਥੇ ਆ ਕੇ ਹਰਿਆਣਵੀਆਂ ਦਾ ਵੀ ਸਾਥ ਮਿਲਿਆ। SYL ਦਾ ਇਹਨਾਂ ਨੇ ਮੁੱਦਾ ਬਣਾ ਕੇ ਉੱਥੇ ਭੁੱਖ ਹੜਤਾਲ ਕਰਕੇ ਲੀਡਰ ਬਿਠਾਤੇ। ਤੇ ਤੁਸੀਂ ਮੰਨੋਗੇ ਇੱਥੇ ਦੇ ਕਿਸਾਨਾਂ ਨੇ ਕਿਹਾ ਸੀਗਾ, ਜਾ ਕੇ ਉਹਨਾਂ ਨੇ ਕਿਸਾਨਾਂ ਯੂਨੀਅਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਉਠਾਇਆ, ਨਾਲ ਹੀ ਕਿਹਾ ਵੀ ਭਾਜੋ, ਕਹਿੰਦਾ ਸਾਡੀ ਜ਼ਮੀਨਾਂ ਰਹੀਆਂ ਅਸੀਂ ਪਾਣੀ ਕੀ ਕਰਨਾ। ਇਹੋ ਜਿਹਾ ਪਿਆਰ, ਇੱਥੇ ਵੱਡੇ ਵੱਡੇ ਬੋਰਡ ਲੱਗੇ ਹੋਏ ਆ, ਪੰਜਾਬ ਹਰਿਆਣਾ 22-22। ਤੇ ਇਹ ਚੀਜ਼ਾਂ ਇਹ ਨਹੀਂ ਪਤਾ ਕਰ ਸਕੇ। ਇਹ ਸਾਨੂੰ ਕਦੀ ਧਰਮਾਂ 'ਚ ਕਰਦੇ ਰਹੇ, ਕਦੀ ਸਾਨੂੰ ਜਾਤਾਂ ਬਰਾਤਾਂ 'ਚ ਵੰਡਦੇ ਰਹੇ, ਕਦੀ ਆਪਣੇ ਰਾਜਨੀਤੀ ਲਈ ਕਦੇ ਮਰਜ਼ੀ ਕਰਦੇ ਰਹੇ। ਪਰ ਅੱਜ ਦੇਖੋ ਕਿਸਾਨ ਕਿਵੇਂ ਖੜਾ, ਨਾ ਜਾਤ ਪਾਤ ਆ ਨਾ ਧਰਮ ਆ, ਸਿਰਫ ਕਿਸਾਨੀ ਆਰਥਿਕ ਤੌਰ ਤੇ ਖੜੇ ਆ। ਆਹੀ ਚੀਜ਼ ਸਮਝਾਉਣ ਨੂੰ ਲੱਗ ਗਿਆ। ਇਹ ਮੇਰੇ ਗ੍ਰੈਂਡਫਾਦਰ ਕਹਿੰਦੇ ਹੁੰਦੇ ਸੀ, ਕਹਿੰਦੇ ਕਿਸਾਨ ਯੂਨੀਅਨ ਤਾਂ ਇੱਕ ਕੰਮ ਬਹੁਤ ਗਲਤ ਕਰਦੀ ਆ, ਬਾਕੀ ਦਾ ਠੀਕ ਆ। ਕਹਿੰਦੇ ਵੀ ਇਹ ਬੱਚੇ ਪਾਲ ਲੈਂਦੀ ਆ, ਜਿਹਨੂੰ ਮਾਈਕ ਤੇ ਬੋਲਣਾ ਨਹੀਂ ਆਉਂਦਾ ਉਹਨੂੰ ਸਿਖਾ ਦਿੰਦੀ ਆ, ਤੇ ਜਦੋਂ ਬੱਚਾ ਪਲ ਜਾਂਦਾ ਨਾ ਬਲਦ ਪੈ ਜਾਂਦਾ, ਉਹਦਾ ਮੁੱਲ ਪਾ ਜਾਂਦੇ ਸਿਆਸੀ ਬੰਦੇ। ਬਸ ਇਹੀ ਕਦੀ ਘਾਟ ਇਸ ਤਰ੍ਹਾਂ ਇਹੀ ਹੁੰਦਾ ਆ ਜੀ। ਡਰ ਹੁਣ ਵੀ ਇਹੀ ਆ ਜੀ, ਵੀ ਕਿਤੇ ਐ ਨਾ ਹੋਵੇ ਵੀ ਬੱਚੇ ਪਾਲਦੀ ਹੈ ਅਸੀਂ ਤਿਆਰ ਕਰ ਦਈਏ ਬੰਦੇ ਤੇ ਸਿਆਸੀ ਬੰਦੇ ਉਹਨੂੰ ਬਸ ਜਿਵੇਂ ਰਸਾ ਪਾ ਕੇ ਬਲਦ ਨੂੰ ਲੈ ਜਾਂਦੇ ਵੀ ਹਾਂ ਅਸੀਂ ਬਾਲਾਂਗੇ। ਪਰ ਕੀ ਤੁਸੀਂ ਸਿਆਸਤ ਨੂੰ ਮਾੜਾ ਸਮਝਦੇ ਹੋ ਕਿ ਜਿਹੜੇ ਯੂਨੀਅਨ ਜਿੰਨੀਆਂ ਸਟਰੋਂਗ ਹੁੰਦੀਆਂ, ਲੋਕ ਭਰੋਸਾ ਜਤਾਉਂਦੇ ਆ, ਤਾਂ ਉਹਨਾਂ ਨੂੰ ਸਿਆਸਤ 'ਚ ਨਹੀਂ ਜਾਣਾ ਚਾਹੀਦਾ? ਪੋਲੀਟੀਕਲ ਸਾਇੰਸ ਦਾ ਸਬਜੈਕਟ ਆ ਜੀ ਇੱਕ, ਉਹਦੇ 'ਚ ਇੱਕ ਬਹੁਤ ਵੱਡਾ ਪਾਰਟ ਆ ਪ੍ਰੈਸ਼ਰ ਗਰੁੱਪ। ਲੋਕੀ ਕਿਉਂ ਨਹੀਂ ਸਮਝਦੇ ਇਹ ਚੀਜ਼? ਸਿਆਸਤ ਹੋਣੀ ਚਾਹੀਦੀ ਆ, ਡੈਮੋਕ੍ਰੈਟਿਕ ਆ, ਵੋਟ ਪਾਉਣ ਦਾ ਹੱਕ ਆ ਹਰੇਕ ਨੂੰ, ਆਪ ਦਾ ਬੰਦਾ ਚੁਣਨ ਦਾ ਹੱਕ ਆ। ਤਾਂ ਇੱਕ ਪ੍ਰੈਸ਼ਰ ਗਰੁੱਪ ਵੀ ਹੋਣਾ ਚਾਹੀਦਾ। ਮੇਰੀ ਆਪ ਦੀ ਇੰਡੀਵਿਜੂਅਲ ਥਿੰਕਿੰਗ ਆ, ਇੱਕ ਪ੍ਰੈਸ਼ਰ ਗਰੁੱਪ ਹੋਣਾ ਚਾਹੀਦਾ ਜਿਹਦੇ ਪ੍ਰੈਸ਼ਰ ਤੇ ਸਿਆਸਤ ਪਾਰਟੀ ਡਰਨ। ਕੋਈ ਉਹਨੂੰ ਪੁੱਛਣ ਵਾਲਾ ਵੀ ਹੋਵੇ ਨਾ, ਜਿਵੇਂ ਹੁਣ ਰਲੇ ਕਬੂਤਰ ਨੇ ਨੀਲੇ ਦੇ ਬੱਲੇ ਹੋਏ, ਹੁਣ ਲੋਕਾਂ ਦੇ ਦਿਮਾਗ 'ਚ ਆ ਗਿਆ ਮੇਰੇ ਬੋਲਣ ਦਾ ਕੋਈ ਫਰਕ ਨਹੀਂ ਪੈਣਾ, ਲੋਕਾਂ ਦੇ ਦਿਮਾਗ 'ਚ ਆ ਚੁੱਕੇ ਰਲੇ ਮਿਲੇ ਨੇ। ਤਾਂ ਉਹ 'ਤੇ ਕੋਈ ਪ੍ਰੈਸ਼ਰ ਵਾਲਾ ਵੀ ਹੋਵੇ ਨਾ, ਵੀ ਜਿਹੜੀ ਮਰਜ਼ੀ ਸਰਕਾਰ ਬਣ ਜੇ,
ਇੱਕ ਉਹੋ ਜਿਹਾ ਗਰੁੱਪ ਵੀ ਹੋਵੇ ਜਿਹੜਾ ਕਵੇ ਨਹੀਂ ਆ ਇਹਨੇ ਗਲਤ ਕਰਤਾ, ਆਪਾਂ ਸਹੀ ਕਰਾਉਣਾ। ਨਾਨ ਪੋਲੀਟੀਕਲ ਗਰੁੱਪ ਹੋਵੇ। ਲੱਗਦਾ ਵੀ ਇਹ ਸੰਘਰਸ਼ ਦੀ ਖੂਬਸੂਰਤੀ ਐਡਾ ਵੱਡਾ ਤਾਂ ਹੀ ਹੋਇਆ ਕਿਉਂਕਿ ਇਹ ਨਾਨ ਪੋਲੀਟੀਕਲ ਆ, ਪੋਲਿਟਿਕਸ ਵਾਲੇ ਨੂੰ ਪਿੱਛੇ ਲਿਆ। ਇੱਥੇ ਜੀ 32 ਐਮਐਲਏ ਹੁੰਦੇ ਕਰਦੇ ਖਰੀਦੇ ਜਾਣੇ ਸੀਗੇ, ਇਹ ਕਿਸਾਨ ਹੀ ਨੇ, ਇਹਨਾਂ ਨੂੰ ਈਡੀ ਦੇ ਛਾਪੇ ਦੀ ਫਿਕਰ ਨਹੀਂ। ਸਾਡੇ ਘਰੇ ਛਾਪਾ ਮਨ ਲਿਮਟਾਂ ਮਿਲਣਗੀਆਂ, ਭਰ ਦੇਣ ਜਾ ਕੇ, ਠੀਕ ਹੈ ਨਾ। ਕੋਈ ਕਸੂਰ ਲੱਭਦੇ ਫਿਰਦੇ ਆ ਵੀ ਕੋਈ ਡਰਿੰਕ ਵਾਲਾ ਮਿਲ ਜੇ, ਕੋਈ ਕਿਹੋ ਜਿਹਾ ਮਿਲ ਜੇ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ। ਮਗਰ ਕੈਮਰੇ ਚੱਕੀ ਫਿਰਦੇ ਆ ਲੋਕੀ, ਤੇ ਕੋਈ ਨਿਕਲੇ ਆਗੂਆਂ ਦੇ ਜੀ ਮਗਰ ਫਿਰਦੇ ਆ। ਕਾਰਨ ਸਹੀ ਵੀ ਕਾਰਨ ਸਹੀ ਜੀ, ਲੋਕੀ ਵੀ ਮੈਂ ਕਹਿੰਦਾ ਸਰਕਾਰ ਨਹੀਂ ਮਗਲੀ ਸਿਆਸੀ ਪਾਰਟੀਆਂ ਸੋਚਦੀਆਂ ਪਈਆਂ ਵੀ ਗਲਤੀ ਕਰਨੀ ਸੀ, ਗਲਤੀ ਦਿਖਾਈਏ ਇਹਨਾਂ ਦੀ। ਉਹਨਾਂ ਨੂੰ ਆਪ ਦੀ ਗਰਾਊਂਡ ਖਿਸਕਦੀ ਦਿਖ ਰਹੀ ਆ। ਮਗਰ ਮੈਂ ਉਹ ਕੋਈ ਪੋਲੀਟੀਕਲ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਪਰ ਉਹਨਾਂ ਦੀ ਗਰਾਊਂਡ ਵੀ ਖਿਸਕਦੀ ਦਿਖ ਰਹੀ ਆ। ਉਹਨਾਂ ਨੂੰ ਵੀ ਸਾਡੀ ਗਰਾਊਂਡ ਖਿਸਕ ਰਹੀ ਆ, ਜੋ ਕੰਮ ਉਹ ਕਰਦੇ ਆ। ਦੇਖੋ ਲਾਲ ਬੱਤੀ ਦਿੱਤੀ ਸੀ ਐਜ਼ ਅ ਰਿਸਪੈਕਟ, ਤੇ ਅੱਜ ਕਿਸੇ ਪਿੰਡ 'ਚ ਲਾਲ ਬੱਤੀ ਵਾਲਾ ਆਉਂਦਾ ਨਾ, ਕਹਿੰਦਾ ਲੈ ਚੋਰ ਆ ਗਿਆ ਇਹਦੇ ਘਰੇ, ਠੀਕ ਹੈ ਨਾ ਜੀ। ਉਹ ਇਹ ਚੀਜ਼ਾਂ ਸੀਗੀਆਂ ਜਿਹੜੀਆਂ ਇੰਪਰੂਵਡ ਹੋਣੀ ਚਾਹੀਦੀਆਂ ਸੀ। ਲੀਡਰ ਕਿਸੇ ਟਾਈਮ ਸਲਾਮ ਹੁੰਦਾ ਸੀ ਜੀ, ਜਥੇਦਾਰ ਕਹਿੰਦੇ ਹੁੰਦੇ ਸੀ ਪਿੰਡ 'ਚ, ਭਲਾ ਐਮਐਲਏ ਤਾਂ ਨਹੀਂ ਹੁੰਦਾ ਸੀ ਉਹ, ਪਰ ਨੀਲੀ ਪੱਗ ਬੰਨ੍ਹ ਕੇ ਜਥੇਦਾਰ ਨਿਕਲ ਜਾਣਾ, ਕਹਿੰਦਾ ਜਥੇਦਾਰ ਆਇਆ ਬਈ, ਇਹ ਬਸ ਆ ਗਿਆ ਜਥੇਦਾਰ, ਇਹ ਹੁਣ ਫੈਸਲਾ ਕਰੂਗਾ। ਤੇ ਹੁਣ ਅਗਲੇ ਕਹਿੰਦੇ ਵੀ ਇਹ ਹੁਣ ਇਹ ਤਾਂ ਦਲਾਲੀ ਕਰੂਗਾ, ਥਾਣੇ ਜਾਊਗਾ। ਕਿ ਜੇ ਕਿਸਾਨ ਆਗੂਆਂ ਨੇ ਬੱਤੀਆਂ ਲਵਾਈਆਂ ਤਾਂ ਉਹਦੇ ਨਾਲ ਵਕਾਰ ਘਟਿਆ, ਐਕਸੈਪਟੇਬਿਲਿਟੀ ਨਹੀਂ ਹੋਈ। ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਸਭ ਕੁਝ ਨਿੱਤਰ ਗਿਆ ਇੱਥੇ ਜੀ। ਇਸ ਅੰਦੋਲਨ ਨੇ ਉਹ ਵੀ ਨਿਤਾਰਤਾ ਜੀ ਵੀ ਬੱਤੀ ਵੱਡੀ ਆ ਜਾਂ ਲੋਕਾਂ ਦੇ ਕੰਮ ਕਰਨੇ ਵੱਡੇ ਆ। ਬਥੇਰਾ ਸਮਝਾਇਆ ਸੀ, ਛੋਟੇ ਉਮਰ ਦੇ ਹਿਸਾਬ ਨਾਲ ਬਹੁਤ ਸਮਝਾਇਆ ਸੀ ਵੀ ਛੱਡ ਦੋ ਆ ਗੱਲਾਂ, ਤੇ ਆ ਗਈਆਂ ਤੁਹਾਡੇ ਸਾਹਮਣੇ। ਲੋਕੀ ਨਿਤਾਰ ਦਿੰਦੇ ਆ ਸਾਰਾ ਕੁਝ, ਮੱਖਣ ਕੱਢ ਦਿੰਦੇ, ਲੱਸੀ ਲਾ ਕੱਢ ਦਿੰਦੇ ਆ। ਬੜੇ ਲੋਕ ਆ ਦਿਮਾਗ ਦੇ, ਬੜਿਆ ਫੇਸਬੁੱਕਾਂ ਦੇ ਫਰੈਂਡ ਬਣਦੇ ਨੇ। ਮੇਰੀ ਫੇਸਬੁੱਕ ਤੇ 1000 ਫਰੈਂਡ ਹੋਣਾ, ਤੇ ਬੰਦੇ ਮੈਂ ਲੈ ਕੇ ਆਇਆ ਇੱਥੇ ਘੱਟੋ ਘੱਟ 15000। ਤੇ ਉਹ ਫੇਸਬੁੱਕ ਫਰੈਂਡ ਨਹੀਂ, ਉਹ ਚਲਾਉਣਾ ਨਹੀਂ ਹੁੰਦਾ, ਧਿਆਨ ਦਾ ਫੋਨ ਵੀ ਨਹੀਂ ਚਲਾਉਣਾ ਹੁੰਦਾ, ਠੀਕ ਆ। ਕਈ ਉੱਥੇ ਫਰੈਂਡ ਦੇ ਕੇ ਸੋਚ ਲੈਂਦੇ ਪਤਾ ਨਹੀਂ ਕੀ ਲਾਈਕਸ ਵੱਧ ਗਈਆਂ। ਸਾਡੇ ਐਨਆਰਆਈ ਵੀਰ ਆ, ਮੈਂ ਤੁਹਾਡੇ ਦੌਰਾਨ ਕਹਿਣਾ ਚਾਹੁੰਦਾ, ਉੱਥੇ ਬੈਠ ਕੇ ਮਸੀਤਾਂ ਦੇਖ ਲੈਂਦੇ ਵੀ ਆਹ ਕਰ ਲਿਆ ਜੀ ਉਹਨੇ, ਉਹ ਕਰ ਲਿਆ। ਕਿਸੇ ਨੂੰ ਮੰਦਾ ਕਹਿਣਾ ਬਹੁਤ ਸੌਖਾ, ਸਾਬਤ ਕਰਨਾ ਬਹੁਤ ਔਖਾ। ਉਹ ਕਿਹੜੇ ਰਾਹਾਂ ਤੋਂ ਨਿਕਲਦਾ ਪਿਆ ਉਹਨੂੰ ਪਤਾ। ਜੇ ਅੱਜ ਅਸੀਂ ਬੱਤੀ ਜਥੇਬੰਦੀ ਕੰਮ ਕਰਦੇ ਹਾਂ, ਅਨੁਸ਼ਾਸਨ ਵੀ ਰੱਖ ਰਹੇ ਹਾਂ, ਅਸੀਂ ਬੱਤੀਆਂ ਦਾ ਮਾਣ ਵੀ ਰੱਖ ਰਹੇ ਹਾਂ, ਕੀ ਪਤਾ ਮੇਰੀ ਸੋਚਣੀ ਉਹ ਹੋਵੇ ਨਾ, ਮੈਂ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੋਵਾਂ, ਪਰ ਬੱਤੀਆਂ ਦਾ ਫੈਸਲਾ ਹੋ ਗਿਆ ਵੀ ਨਹੀਂ ਕੁਝ ਕਰਨਾ ਕਿਸੇ ਦਾ। ਤੇ ਉਹਦੇ ਤੇ ਫੁੱਲ ਚੜਾਉਣੇ ਪੈਂਦੇ, ਉਹਦੇ ਤੇ ਫੁੱਲ ਚੜਾਉਣੇ ਚਾਹੀਦੇ ਆ, ਕਿਉਂਕਿ ਕਦੋਂ ਤੁਸੀਂ ਜੇ ਅਨੁਸ਼ਾਸਨ 'ਚ ਨਹੀਂ ਰਹਿੰਦੇ ਫਿਰ ਤੁਸੀਂ ਜ਼ਿੰਦਗੀ 'ਚ ਪਾਸ ਨਹੀਂ ਹੋ ਸਕਦੇ। ਬੱਚੇ ਨੂੰ ਕੀ ਸਿਖਾ ਲਓਗੇ? ਜੇ ਤੁਸੀਂ ਆਪ ਦਾ ਅਨੁਸ਼ਾਸਨ ਤੋੜੋਗੇ ਤਾਂ ਕੱਲ੍ਹ ਨੂੰ ਬੱਚਾ ਤੁਹਾਡਾ ਪਹਿਲੇ ਤੋੜਨ ਨੂੰ ਤਿਆਰ ਆ। ਪਰਸਨਲ ਹਾਰਡਸ਼ਿਪਸ ਆਉਂਦੀਆਂ ਕਿਉਂਕਿ ਬੜਾ ਤੁਸੀਂ ਕਹਿ ਰਹੇ ਹੋ ਨਾ ਕਿ ਕਈ ਵਾਰੀ ਬੰਦੇ ਨੂੰ ਟਾਰਗੇਟ ਬਹੁਤ ਛੇਤੀ ਕੀਤਾ ਜਾਂਦਾ ਨਾ, ਔਰ ਹੁਣ ਤਾਂ ਵੈਸੇ ਹੀ ਤੁਸੀਂ ਸਾਰੇ ਬੜੇ ਸੌਫਟ ਟਾਰਗੇਟ ਹੋ। ਛੋਟੀ ਜੀ ਗਲਤੀ ਕਰੋਗੇ ਉਸੇ ਵੇਲੇ ਫੜੀ ਜਾਣੀ ਹੈ ਔਰ ਬੜਾ ਉਹਦਾ ਇਸ਼ੂ ਬਣਨਾ ਹੈ। ਉਸ ਦੇ ਪਿੱਛੇ ਕਿੰਨੇ ਸਾਲ ਦਾ ਤੁਹਾਡਾ ਮਿਹਨਤ ਹੈ ਜਾਂ ਕਿੰਨੀ ਹਾਰਡਸ਼ਿਪਸ ਹੈ, ਉਹ ਸ਼ਾਇਦ ਦੇਖੀ ਨਹੀਂ ਜਾਂਦੀ। ਲਾਲਿਆਂ ਦੇ ਨਾ ਹੱਥ ਘਿਸ ਜਾਂਦੇ ਨੋਟ ਗਿਣਦੇ, ਸਾਡੇ ਲੱਤਾਂ ਘਸ ਗਈਆਂ, ਬੂਟ ਘਸ ਜਾਂਦੇ ਸਾਡੇ, ਚੰਗੇ ਚੰਗੇ ਨਾਈਕੀ ਦੇ ਪਾਈਦੇ ਆ, ਉਹ ਵੀ ਘਸ ਜਾਂਦੇ, ਇੰਨਾ ਤੁਰਨਾ ਪੈਂਦਾ। ਤੇ ਜਿੰਨੀ ਖੇਤੀ ਕੀਤੀ ਆ, ਸਾਰੀ ਰਾਤ ਨੂੰ ਕਣਕ ਬੀਜੀ ਆ, ਦਿਨੇ ਨਹੀਂ ਬੀਜੀ। 100 ਦਿਨ ਹੋ ਗਿਆ ਘਰੋਂ ਨਿਕਲੇ ਨੂੰ, ਰਾਤ ਨੂੰ ਚਾਹੀਦਾ ਟਰੈਕਟਰ ਚੱਕ ਲਈਦਾ, ਸੁਪਰ ਸੀਡਰ ਨਾਲ ਕਣਕ ਬੀਜੀ ਦੀ ਸੀਗੀ। ਜਿੰਨੇ 7-8 ਕਿੱਲੇ ਬੀਜੇ ਗਏ, ਸਵੇਰ ਨੂੰ ਫੇਰ ਅੰਦੋਲਨ ਤੇ ਸੀਗਾ। ਤੇ ਉਹ ਅਗਲੇ ਨੇ ਨਾ ਦੇਖਣਾ ਵਾਲਾ ਲੀਡਰ ਦੇਖ ਲੈਣਾ ਵੀ ਹਾਂ ਵੀ ਮੂਹਰੇ ਚੜ ਗਿਆ, ਵੀ ਹਾਂ ਇਹਨੇ ਗੱਲ ਕਰ ਲਈ, ਸਟੇਜ ਤੇ ਗੱਲ ਕਰ ਲਈ। ਮੇਰੇ ਪਿੰਡ ਵਾਲੇ ਬੈਠੇ ਤੇ ਸਾਰੇ ਪੁੱਛ ਲਓ, ਇਹਨਾਂ ਨੂੰ ਹੱਥੀਂ ਕੰਮ ਕਰੀਦਾ ਸਾਰਾ ਜਿੰਨੀ ਮੀਨ ਆ। ਤੇ ਉਹ ਐ ਤਾਂ ਨਹੀਂ ਵੀ ਕੋਈ ਬੰਦਾ ਵੱਡਾ ਹੋ ਗਿਆ ਛੱਡ ਕੇ, ਇੱਥੇ ਬਹੁਤ ਨੇ, ਮੈਂ ਕਹਿਣਾ ਨਹੀਂ ਚਾਹੁੰਦਾ, ਜਿੰਨੇ ਕੋਲ ਖੇਤੀ ਖਟੇਕੇ ਚੜੀ ਹੋਈ ਆ, ਉਹਨੂੰ ਪਿਆਰ ਕੀ ਪਤਾ ਲੱਗੂ, ਉਹਨੂੰ ਆਹ ਮੀਂਹ ਦੇ ਗੜਿਆਂ ਦਾ ਕੀ ਪਤਾ ਲੱਗਦਾ ਵੀ ਗੜੇ ਪੈਂਦੇ, ਸਾਨੂੰ ਐਂ ਲੱਗਦਾ ਕਿ ਪਿੰਡ ਤਾਂ ਨਹੀਂ ਪੈ ਗਏ, ਠੀਕ ਹੈ ਨਾ ਜੀ। ਉਹਦਾ ਦਰਦ ਖੇਤੀ ਦੇ ਵਿੱਚ ਪਿਆ ਹੋਇਆ। ਤੇ ਜੇ ਕਹੋ ਵੀ ਇਹਦਾ ਵੀ ਲਾਗੀ ਰੂਹਾਨੀ ਸੌਖਾ, ਜਿਹੜਾ ਵੀ ਕੰਮ ਕਰਦੇ ਆ ਉਹਦਾ ਰੂਹਾਨੀ ਬਹੁਤ ਤੁਹਾਨੂੰ ਸੁੱਖ ਮਿਲਦਾ, ਤੁਹਾਨੂੰ ਪਤਾ ਲੱਗਦਾ ਵੀ ਕਿਸਾਨ ਕਿਹੜੀ ਕੰਡੀਸ਼ਨ 'ਚ ਬੈਠਾ। ਮੇਰਾ ਜਿਹੜਾ ਸਵਾਲ ਸੀ ਨਾ ਉਹ ਜਥੇਬੰਦੀ ਨੂੰ ਖੜੇ ਕਰਨ ਦੇ ਐਸਪੈਕਟ ਤੋਂ ਸੀਗਾ ਕਿ ਜਥੇਬੰਦੀ ਖੜੀ ਕਰਨੀ ਕਿੰਨੀ ਔਖੀ ਹੈ। ਆਪਣੇ ਆਪ ਨੂੰ ਸਾਬਤ ਕਰਨਾ ਤਾਂ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਜੀ, ਕਿਸੇ ਵੀ ਟਾਈਮ ਬੰਦਾ ਸਲਿੱਪ ਹੋ ਸਕਦਾ, ਪਰ ਖੜੇ ਕਰਨ ਨੂੰ ਜਦੋਂ ਤੋਰੀ ਦਾ ਬੜੇ ਕੁਛ ਰਾਹਾਂ 'ਚ ਮਿਲਦੇ ਨੇ, ਬੜੇ ਤੁਹਾਨੂੰ ਐ ਸਹਿਯੋਗ ਦਿੰਦੇ ਨੇ, ਤੁਹਾਨੂੰ ਐ ਲੱਗਦਾ ਵੀ ਇਹ ਬੰਦਾ ਮੇਰੇ ਕੰਮ ਨਹੀਂ ਆਊਗਾ, ਤੇ ਬਾਅਦ ਜ਼ਿੰਦਗੀ ਟੱਪ ਕੇ ਪਤਾ ਲੱਗਦਾ ਇਹ ਬੰਦੇ ਨੇ ਖੜੀ ਕੀਤੀ ਹੈ ਸਾਰੀ ਜਥੇਬੰਦੀ, ਠੀਕ ਹੈ ਜੀ। ਕਿਸੇ ਨੂੰ ਵੀ ਮਾੜਾ ਨਾ ਸਮਝੋ, ਮਾੜੇ ਤੋਂ ਮਾੜੇ ਬੰਦੇ ਨੇ ਵੀ ਇਹੋ ਜਿਹੀ ਸਹਾਲਤਾ ਕੀਤੀ ਆ ਜਿਹੜਾ ਵੱਡੇ ਤੋਂ ਵੱਡਾ ਬੰਦਾ ਨਹੀਂ ਕਰ ਸਕਦਾ। ਮੈਨੂੰ ਜਿੰਨਾ ਕੁ ਉਮਰ ਨੂੰ ਇੰਟਰਸਟ ਕਰਦਾ, ਗੁੱਸਾ ਨਾ ਮੰਨਣ ਵੱਡੇ ਸਰਦਾਰ, ਕਿਸੇ ਵੱਡੇ ਸਰਦਾਰ ਨੇ ਰੋਟੀ ਨਹੀਂ ਖਿਲਾਈ ਮੈਨੂੰ, ਜਿੰਨੀ ਰੋਟੀ ਮੈਨੂੰ ਮਾੜੇ ਘਰ 'ਚੋਂ ਵਧੀਆ ਮਿਲੀ ਆ। ਜਦੋਂ ਅਸੀਂ ਚਲੇ ਜਾਂਦੇ ਸੀ ਨਾ, ਜਿਹੜਾ ਮੂਹਾ ਬਾੜਾ ਹੁੰਦਾ ਸੀ, ਮੈਂ ਕਿਹਾ ਲੈ ਵੀ ਅੱਜ ਦੇਸੀ ਘਿਓ 'ਚ ਦਾਲ ਮਿਲੂਗੀ, ਤੇ ਉੱਥੇ ਰੋਟੀ ਫੁਲਕਾ ਨੇ ਬਿਠਾ ਕੇ ਗਰਮਾ ਆਪਣੇ ਹੱਥ ਨਾਲ ਪਕਾ ਕੇ ਖਿਲਾਉਂਦੇ ਸੀ ਵੀ ਪ੍ਰਧਾਨ ਆਇਆ ਵੀ ਚੱਲ ਇਹਨੂੰ ਰੋਟੀ ਖਿਲਾਈਏ। ਤੇ ਸਭ ਤੋਂ ਵਧੀਆ ਰੋਟੀ ਮਿਲਦੀ ਸੀ ਜਦੋਂ ਵੱਡੇ ਘਰ ਜਾਂਦੇ, ਚਾਹ ਵੀ ਲੇਟ ਆਉਂਦੀ ਸੀਗੀ, ਉਹ ਵੀ ਫਟੇ ਦੁੱਧ ਦੀ। ਮਤਲਬ ਇਹ ਹਾਲਾਤ ਹੁੰਦੇ ਆ, ਕਈ ਵਾਰੀ ਤੁਹਾਨੂੰ ਇਹ ਪਤਾ ਨਹੀਂ ਹੁੰਦਾ ਸਿਆਸਤ ਦੇ ਵਿੱਚ ਜਾਂ ਯੂਨੀਅਨ ਚਲਾਉਣ ਦੇ ਵਿੱਚ ਵੀ ਕਿਹੜਾ ਬੰਦਾ ਕਦੋਂ ਕਿੱਥੇ ਤੱਕ ਤੁਹਾਨੂੰ ਪਹੁੰਚਾ ਦੂਗਾ, ਕਿਹੜਾ ਬੰਦੇ ਦਾ ਕਿੰਨਾ ਕੁ ਲਿੰਕ ਆ, ਕੋਈ ਇਹਦਾ ਹਿਸਾਬ ਨਹੀਂ ਹੁੰਦਾ। ਇਹ ਤੁਹਾਨੂੰ ਕਰਦੇ ਰਹਿਣਾ ਚਾਹੀਦਾ।
ਬਜ਼ੁਰਗ ਕਹਿੰਦੇ ਹੁੰਦੇ ਸੀ, ਕਹਿੰਦਾ ਇੱਕ ਪੂਰਾ ਕਾਲਾ ਹਨੇਰਾ ਮੂਰੇ ਜਥੇਬੰਦੀ ਉਹ ਆ ਵੀ ਤੁਰਿਆ ਚੱਲ, ਅੱਗੇ ਕੁਝ ਨਹੀਂ ਪਤਾ ਤੈਨੂੰ ਕੀ ਹੋ ਜਾਣਾ ਤੇਰੇ ਨਾਲ ਕਿਦਾਂ ਨਹੀਂ। ਜੇ ਤਾਂ ਕਾਲੇ ਹਨੇਰੇ ਐਂਟੀਸਿਪੇਸ਼ਨ ਨਹੀਂ ਹੈ, ਕੋਈ ਐਂਟੀਸਿਪੇਸ਼ਨ ਨਹੀਂ। ਤੁਹਾਨੂੰ ਕੋਈ ਆਸ ਵੀ ਨਹੀਂ ਰੱਖਣੀ ਚਾਹੀਦੀ, ਕਿਸੇ ਨਾਲ ਗੁੱਸਾ ਵੀ ਨਹੀਂ ਰੱਖਣਾ ਚਾਹੀਦਾ। ਜਿਹੜਾ ਤੁਹਾਨੂੰ ਛੱਡ ਗਿਆ ਕੋਈ ਗੱਲ ਨਹੀਂ, ਕੋਈ ਮਾੜੀ ਗੱਲ ਹੋਣੀ ਹੈ ਸਾਡੇ 'ਚ। ਜਿਹੜਾ ਕੋਈ ਆ ਗਿਆ ਉਹਦੀ ਬਾਹਲੀ ਖੁਸ਼ੀ ਨਾ ਮਨਾਓ, ਜਿਹੜਾ ਛੱਡ ਗਿਆ ਉਹਦਾ ਬਾਹਲਾ ਕੋਈ ਦੁੱਖ ਨਾ ਮਨਾਓ। ਬਹੁਤ ਲੋਕੀ ਆਸਾ ਲੈ ਕੇ ਆਉਂਦੇ ਆ ਜੀ ਵੀ ਜਥੇਬੰਦੀ ਪਤਾ ਨਹੀਂ ਕੀ ਕਰ ਦੂਗੀ। ਜਦੋਂ ਤੁਸੀਂ ਨੈਸ਼ਨਲ ਮੁੱਦੇ ਜਾਂ ਪੰਜਾਬ ਦੇ ਮੁੱਦੇ ਡਿਸਕਸ ਕਰਨੇ ਹੁੰਦੇ ਆ, ਉੱਥੇ ਪਿੰਡ ਦਾ ਮੁੱਦਾ ਡਿਸਕਸ ਨਹੀਂ ਹੋ ਸਕਦਾ, ਪਿੰਡ ਦੀ ਲੜਾਈ ਨਹੀਂ ਡਿਸਕਸ ਹੋ ਸਕਦੀ। ਮੈਂ ਤਾਂ ਕਹਿਣਾ ਨਹੀਂ ਚਾਹੁੰਦਾ ਕਿ ਇਹੋ ਜਿਹੀ ਜਥੇਬੰਦੀਆਂ ਨੇ, ਕਿਸੇ ਦਾ ਮੋਬਾਈਲ ਖਰਾਬ ਹੋ ਗਿਆ ਸੀ, ਉਹਨਾਂ ਨੇ ਮੋਰਚਾ ਲਾਤਾ ਸੀ 7000 ਮੋਬਾਈਲ 'ਚ ਮੇਰਾ ਠੀਕ ਕਰਕੇ ਦੇ, 500 ਬੰਦਾ ਬਿਠਾਤਾ ਮੋਰਚੇ ਦੇ ਮੂਹਰੇ। ਕਿਸੇ ਦਾ ਸਿਲੰਡਰ ਨਹੀਂ ਮਿਲਦਾ, ਉਹਨੂੰ ਕਹਿੰਦੇ ਉਹਨੂੰ ਮੋਰਚਾ ਲਾਈਏ ਸਿਲੰਡਰ ਦੇ ਦੇ। ਹੁਣ ਜਥੇਬੰਦੀਆਂ ਸਿਲੰਡਰ ਜਾਂ ਮੋਬਾਈਲਾਂ ਪਿੱਛੇ ਨਹੀਂ ਬਣੀਆਂ ਹੋਈਆਂ। ਬਹੁਤ ਵੱਡੇ ਮੁੱਦੇ ਨੇ, ਕਰਜ਼ਾ ਸਾਡੇ ਜਿਹੜਾ ਚੱਲਦਾ ਪਿਆ, ਸਾਡੇ ਪਟਵਾਰੀਆਂ ਤੋਂ ਪੈਸੇ ਲੈਣਾ, ਸਾਡੇ ਬਿਜਲੀ 'ਚ ਮੋਟਰਾਂ ਦਾ ਰਿਸ਼ਵਤਖੋਰ ਜਿਹੜੀ ਕਰਨਾ, ਸਾਨੂੰ ਜਿਹੜੀ ਆਹ ਆਈਡੀਓਲੋਜੀ ਜਿਹੜੀ ਲਾਅ ਬਣਦੇ ਪਏ ਇਹਨਾਂ ਵੱਲ ਧਿਆਨ ਦੇਣਾ। ਮਤਲਬ ਇੱਕ ਰਿਫਾਰਮਸ ਨਵੇਂ ਲੈ ਕੇ ਆਉਣ ਦੀ ਕਿਸੇ ਪੇਸ਼ਕਸ਼ ਕਰਨੀ ਸਰਕਾਰ ਨੂੰ ਵੀ ਤੁਸੀਂ ਸਾਡੇ ਆਹ ਰਿਫਾਰਮਸ ਲੈ ਕੇ ਆ। ਜਿਵੇਂ ਹੁਣ ਆਪਾਂ ਕਿਹਾ ਜਾਂਦਾ ਵੀ ਆਹ ਲਾਅ ਬਣਾਇਆ, ਕਿਸੇ ਕਿਸਾਨ ਜਥੇਬੰਦੀ ਨੇ ਕਿਹਾ ਸੀ ਤੁਹਾਨੂੰ? ਕੁਐਸਚਨਿੰਗ ਆਉਂਦੀ ਆ। ਜੇ ਰਿਫਾਰਮਸ ਦੇ ਵਿੱਚ ਤੁਸੀਂ ਆਪ ਦਾ ਦਿਮਾਗ ਲਾ ਕੇ ਰਿਫਾਰਮਸ ਬਣਾਓ, ਜਿਵੇਂ ਅੱਜ ਪਿੱਛੇ ਦੀ ਗੱਲ ਆਈ, ਪੜ੍ਹੇ ਲਿਖੇ ਬੰਦੇ ਉੱਥੇ ਬਿਠਾ ਦਿਓ, ਪੜ੍ਹੇ ਲਿਖੇ ਸਾਡੀ ਮਦਦ ਕਰ ਦੇਣ ਰਿਫਾਰਮਸ ਬਣਾਉਣ 'ਚ। ਇਹ ਲਾਅ ਖਤਮ ਹੋਣ ਨਾਲ ਕਿਤੇ ਕਰਜ਼ਾ ਨਹੀਂ ਸਾਡਾ ਮੁੱਕ ਚੱਲਿਆ, ਲਿਮਟਾਂ ਚੜ੍ਹਦੀਆਂ ਪਈਆਂ ਨੇ। ਠੀਕ ਹੈ ਨਾ, ਉਦੋਂ ਬਾਅਦ ਰਿਫਾਰਮਸ ਬਣਾਉਣੇ ਪੈਣੇ ਨੇ। ਕੱਲੀ ਰਾਜਨੀਤੀ ਕੋਈ ਹੱਲ ਨਹੀਂ ਕਰਦੀ। ਤਾਂ ਇਹ ਸਿਰਫ ਸ਼ੁਰੂਆਤ ਹੈ ਤੁਹਾਨੂੰ ਲੱਗਦਾ? ਇਹ ਤਾਂ ਦੌੜ ਆ ਜੀ, ਭੱਜਣਾ ਪੈਣਾ ਬਹੁਤ ਜ਼ਿਆਦਾ, ਪਤਾ ਹੀ ਨਹੀਂ ਕਿੱਧਰ ਨੂੰ ਜਾਣਾ ਜੀ। ਇਹ ਖਤਮ ਹੋਣ ਵਾਲੀ ਨਹੀਂ ਹੈ, ਖਤਮ ਹੋਣ ਵਾਲੀ ਨਹੀਂ। ਜਿਹੜੇ ਹਿਸਾਬ ਨਾਲ ਦੇਖੋ ਇਹ ਸੰਘਰਸ਼ ਦੀ ਜਿੱਤ ਹੈ, ਫਿਰ ਉਸ ਤੋਂ ਬਾਅਦ ਅਗਲੀਆਂ ਚੀਜ਼ਾਂ ਦੀ ਤਿਆਰੀ ਹੈ। ਨਹੀਂ ਤਾਂ ਮੁਹਿੰਮਾਂ ਜੰਮਿਆਂ ਨੂੰ ਕਹਿੰਦੇ ਪੰਜਾਬ 'ਚ ਜੰਮਿਆਂ ਨੂੰ ਉਹ ਹਿਸਾਬ ਆ। ਸਾਡੇ ਤਾਂ ਜਾਂਦੇ ਮਗਰ ਫੋਨ ਆਈ ਜਾਂਦੇ ਆ ਵੀ ਸਾਡੇ ਤਾਂ ਜੀ ਮੋਟਰਾਂ ਨਹੀਂ ਲਾਉਂਦੇ ਪਏ ਜੀ, ਸਾਡੇ ਬਿਜਲੀਆਂ ਸਾਡੀਆਂ ਜ਼ਮੀਨਾਂ ਅਕਵਾਇਰ ਕਰਨ ਲੱਗ ਗਏ, ਨੈਸ਼ਨਲ ਸੜਕਾਂ ਬਣਾਉਣ ਲੱਗ ਗਏ, ਉਹਦੇ 8-8 ਲੱਖ ਦੇਈ ਜਾਂਦੇ ਆ। ਜਿਹੜਾ 30 ਲੱਖ ਦਾ ਕਿੱਲਾ ਉਹਦਾ ਹੀ 8 ਲੱਖ ਦੇਈ ਜਾਂਦੇ ਆ। ਹਾਲੇ ਆ ਸੰਘਰਸ਼ 'ਚ ਬੈਠੇ ਹੋ ਮਗਰੋਂ ਫੋਨ ਆਈ ਜਾਂਦੇ, ਜੇ ਉਹਨਾਂ ਦੇ ਨਹੀਂ ਜਾਵਾਂਗੇ ਕਹਿਣਗੇ ਪ੍ਰਧਾਨ ਸਾਡਾ ਕੰਮ ਨਹੀਂ ਕਰਦਾ। ਤੇ ਸਰਕਾਰਾਂ ਦੇਖਦੀਆਂ ਨਹੀਂ ਪਈਆਂ, ਸਰਕਾਰਾਂ ਉਸ ਤਰੀਕੇ ਨਾਲ ਅਪਲਿਫਟ ਆਪਣੇ ਬੰਦਿਆਂ ਨੂੰ ਕਰ ਹੀ ਨਹੀਂ ਰਹੀਆਂ। ਇੱਕ ਗੱਲ ਦੱਸਾਂ, ਜੇ ਤੁਸੀਂ ਕਹਿੰਦੇ ਹੋ ਵਿਸ਼ਵਾਸ, ਲੋਕਾਂ ਦਾ ਸਰਕਾਰਾਂ 'ਤੇ ਵਿਸ਼ਵਾਸ ਵੀ ਉੱਠ ਗਿਆ ਵੀ ਇਹ ਸਾਡੇ ਵਾਸਤੇ ਕੁਝ ਕਰਦੀਆਂ। ਹੁਣ ਇੱਕ ਝੰਡਾ ਲਾਉਣਾ ਹੋਵੇ, ਨੈਸ਼ਨਲ ਫਲੈਗ ਲਾਉਣਾ ਹੋਵੇ, ਇੱਕ ਆਪਾਂ ਫਰਕ ਪੂਰੇ ਰੋਬ ਨਾਲ ਲਾਈਏ ਵੀ ਅਸੀਂ ਇਸ ਦੇਸ਼ ਦੇ ਵਾਰ-ਵਾਰ ਤਾਂ ਹੀ ਲਾਵਾਂਗੇ ਨਾ ਜੇ ਆਪਾਂ ਖੁਸ਼ ਹਾਂ ਉਹਦੇ ਤੋਂ, ਦੇਸ਼ ਤੋਂ। ਇੱਕ ਨੈਸ਼ਨਲਿਜ਼ਮ ਆਉਣੀ ਚਾਹੀਦੀ, ਤਾਂ ਹੀ ਆਊਗੀ ਨਾ ਜੇ ਉਹਦਾ ਕੋਈ ਕਰਕੇ ਦੇਵੋਗੇ। ਤੇ ਲੋਕਾਂ ਦਾ ਵੀ ਕਸੂਰ ਹੋ ਸਕਦਾ ਬਹੁਤ ਉਹਦੇ 'ਚ, ਪਰ ਸਰਕਾਰ ਦੇ ਰਿਫਾਰਮਸ ਬਣਾਉਣ ਦਾ ਵੀ ਕਸੂਰ ਰਿਹਾ। ਜਥੇਬੰਦੀਆਂ ਬਣੀਆਂ, ਇੰਨੀਆਂ ਟੁੱਟ ਗਈਆਂ, ਈਗੋ ਪ੍ਰੋਬਲਮ ਵੀ ਹੋਊਗੀ ਜੀ। ਠੀਕ ਆ ਨਾ, ਕੁਛ ਲਾਲਸਾਂ ਵੀ ਹੈਗੀਆਂ ਨੇ, ਕੁਛ ਗੱਦੀਆਂ ਦੀਆਂ। ਐਗਰੀ ਕਰਦੇ ਹੋ ਤੁਸੀਂ ਇਹਨਾਂ ਚੀਜ਼ਾਂ ਨੂੰ? ਹਾਂ ਹੁੰਦੀਆਂ ਜੀ ਲਾਲਸਾਂ। ਮੈਨੂੰ ਇੱਜ਼ਤ ਤਾਂ ਮੈਨੂੰ ਐਂ ਲੱਗਦਾ ਮੈਂ ਇੱਥੇ ਮਰ ਗਿਆ ਮੇਰੇ ਬੋਤੀ ਬਣ ਜੂ, ਹੋਰ ਲਾਲਸਾ ਨਾ ਹੋਵੇ ਤਾਂ। ਇੰਨੀ ਕੁ ਤਾਂ ਰੱਖੀ ਦੀ ਆ ਵੀ ਪਿੰਡ ਵਾਲੇ ਬੋਤੀ ਬਣਾਉਣਗੇ, ਚੱਲ ਵੀ ਓਨੈਸਟੀ ਹੈ, ਕਮਾਲ ਦੀ ਗੱਲ ਹੈ। ਬਹੁਤ ਸਾਰੇ ਨਹੀਂ ਕਹਿੰਦੇ ਹਾਂ ਵੀ 21 ਮੜ ਲਾਲਚ ਤਾਂ ਹੁੰਦਾ ਹੀ ਆ ਜੀ। ਕਿਸੇ ਨੂੰ ਕਿਸੇ ਲਾਈਨ 'ਚ, ਕਿਸੇ ਨੂੰ ਕਿਸੇ ਲਾਈਨ 'ਚ, ਕਿਸੇ ਨੂੰ ਮਾਇਆ ਵੱਡੀ ਲੱਗਦੀ, ਕਿਸੇ ਨੂੰ ਨਾਮ ਵੱਡਾ ਲੱਗਦਾ। ਕੋਈ ਸਿਆਸਤ ਵੱਲ ਵੀ ਦੇਖ ਰਿਹਾ ਹੋਣਾ। ਠੀਕ ਹੈ, ਅੱਜ ਨਾ ਮੈਂ ਨਹੀਂ ਚਾਹੁੰਦਾ ਕਿ ਆਪਾਂ ਕਿਸੇ ਦਾ ਨਾਂ ਲਈਏ, ਪਰ ਚੀਜ਼ਾਂ ਤਾਂ ਹੁੰਦੀਆਂ, ਐਸਪੀਰੇਸ਼ਨਸ ਤਾਂ ਬੰਦੇ ਦੀਆਂ ਹੁੰਦੀਆਂ। ਪਰ ਇਸ ਵਾਰ ਇੱਕ ਨਵੀਂ ਚੀਜ਼ ਦਿਖੀ ਜੀ ਇਸ ਅੰਦੋਲਨ ਦੇ ਵਿੱਚ। ਅਸੀਂ ਹਾਲੇ ਸਟੇਜ ਤੋਂ ਉਤਰਦੇ ਬਾਅਦ 'ਚ ਤੇ ਜਿਹੜੇ ਬੰਦੇ ਸਾਡੇ ਬੱਚੇ ਮੂਹਰੇ ਖੜੇ ਹੁੰਦੇ ਆ, ਉਹ ਸਾਡੇ ਤੋਂ ਇੰਟੈਲੀਜੈਂਟ ਨੇ। ਉਹ ਐ ਤੋਲਦੇ ਪਏ ਆ, ਬੰਦਿਆਂ ਨੂੰ ਤੋਲ ਕੇ ਗੱਲ ਕਰ ਰਹੇ ਨੇ। ਐਤਕੀ ਸਾਨੂੰ ਫਿਕਰ ਨਹੀਂ ਹੈ। ਤੁਹਾਡਾ ਸੋਸ਼ਲ ਮੀਡੀਆ ਜਿਹੜਾ ਤੁਸੀਂ ਚਲਾਏ ਹੋਏ ਆ ਨਾ, ਸਾਡੇ ਮੀਡੀਆ ਨੇ, ਤੁਸੀਂ ਕਿਹਾ ਤਾਂ ਸੀਗਾ ਵੀ ਆਫ ਦਾ ਰਿਕਾਰਡ ਵੀ ਹਾਲੇ ਆਪਾਂ ਇੰਨੇ ਦੂਰ ਤੱਕ ਪਹੁੰਚ ਨਹੀਂ ਸਕੇ, ਪਹੁੰਚੂਗਾ ਜੀ। ਇਹ ਪੰਜਾਬੀਆਂ ਨੇ ਐਤਕੀ ਇਹ ਦਿਖਾਤਾ ਸਾਡੇ ਰੂਟਸ ਕਿੱਥੇ ਤੱਕ ਆ। ਪ੍ਰਾਈਮ ਮਿਨਿਸਟਰ ਨੂੰ ਦਿਖਾਤਾ, ਉਹ ਇੰਗਲੈਂਡ ਵਾਲਾ ਪ੍ਰਾਈਮ ਮਿਨਿਸਟਰ ਰੋਕਤਾ, ਕੈਨੇਡਾ ਵਾਲਾ ਸਾਡੇ ਹੱਕ 'ਚ ਬੋਲਦਾ ਪਿਆ। ਹੋਰ ਜਿਹੜਾ ਤੁਸੀਂ ਕਿਹਨੂੰ ਕਹਿੰਦੇ ਹੋ, ਆਹੀ 2% ਵਾਲਿਆ ਥਾਂ ਜੜ੍ਹਾਂ ਬਣਾਤੀਆਂ ਇਹਨਾਂ ਨੇ, ਵੋਟਾਂ ਵੀ ਪਵਾਤੀਆਂ, ਇਕਨੋਮਿਕਸ ਵੀ ਉਹਨਾਂ ਦੀ ਅੱਜ ਤੱਕ ਰਨ ਕਰ ਰਹੇ ਆ। ਤੇ ਇਸ ਕਰਕੇ ਸਾਡੇ ਬੰਦੇ ਨਹੀਂ ਮਾੜੇ ਜੀ। ਸਾਡੇ ਬੰਦੇ ਬਾਹਰ ਜਾ ਕੇ ਇੰਨੇ ਪੈਸੇ ਕਮਾ ਗਏ, ਇੱਥੇ ਕਿਉਂ ਨਹੀਂ ਕਮਾਉਂਦੇ? ਸਾਨੂੰ ਰੋਕਿਆ ਜਾ ਰਿਹਾ, ਸਾਨੂੰ ਇੱਕ ਲਿਮਿਟਸ ਬਣਾਈ ਜਾ ਰਹੀਆਂ ਨੇ। ਇੱਥੇ ਗੱਲ ਹੋਈ ਸੀ, ਮੇਰੇ ਨਾਲ ਕੋਈ ਗੱਲ ਕਰ ਰਿਹਾ ਸੀ, ਮੈਂ ਕਹਿਣਾ ਨਹੀਂ ਚਾਹੁੰਦਾ ਹੁਣ ਆਪਾਂ ਕਿਹੜਾ ਮੀਡੀਆ ਕਹਿ ਦਿੰਦੇ ਉਹਨਾਂ ਨੂੰ। ਉਹਨਾਂ ਨੇ ਆਏ ਗੱਲ ਮੇਰੇ ਨਾਲ ਕਰ ਲਈ, ਮੇਰੇ ਫਸ ਗਏ। ਉਹ ਅਸਲ 'ਚ ਫਸ ਗਏ ਮੇਰੇ ਕੋਲ। ਮੈਂ ਗਿਆ ਸੀ ਉੱਥੇ ਗਾਜ਼ੀਪੁਰ, ਉੱਥੇ ਆਇਆ ਤੈਨੂੰ ਪਤਾ ਨਹੀਂ ਸੀ ਕੌਣ ਆ। ਤੇ ਮੇਰਾ ਕਾਦੀਆਨ ਵੀ ਕਾਸਟ ਆ, ਇੱਕ ਹਿੰਦੂ ਦੀਆਂ ਕਾਸਟ ਨੇ ਕਾਦੀਆਨ। ਉਹਨੇ ਕਿਹਾ ਵੀ BKU ਕਾਦੀਆਨ ਮਿਲਣਾ ਚਾਹੁੰਦੇ। ਉਹ ਕਹਿੰਦੇ ਆ ਜਾਓ ਸਾਹਮਣੇ। ਉਹ ਜਦੋਂ ਗੱਲ ਕੁੱਲ ਹੋਈ ਤਾਂ ਜਦੋਂ ਮੈਂ ਕਿਹਾ ਵੀ ਮੈਂ ਤੀਹਾਂ ਦੇ ਵਿੱਚ ਹੀ ਸੀ ਮੀਟਿੰਗ 'ਚ, ਤੁਸੀਂ ਮੈਨੂੰ ਕੀ ਦੱਸਦੇ ਪਏ ਹੋ, ਆਹ ਕੁਛ ਹੋਇਆ ਉੱਥੇ। ਉਹਨਾਂ ਨੇ ਚੱਲਦੇ ਨਾਲ ਹੀ ਨੈਟ, ਮੇਰਾ ਮੁੰਡਾ ਚੈੱਕ ਕਰਦਾ, ਨਾਲ ਹੀ ਬੰਦ ਕਰਤੀ ਆਵਾਜ਼। ਤੇ ਮਤਲਬ ਉਹ ਲੋਕ ਇਹ ਪੁੱਛਣ ਲੱਗੇ ਸੀ ਵੀ ਇਹ ਕੀ ਕਰ ਸਕਦੇ ਆ, ਵੀ ਰਿਫਾਰਮਸ ਕਿਹੜੇ ਨਹੀਂ ਹੈਗੇ। ਮੈਂ ਕਿਹਾ ਵੀ ਰਿਫਾਰਮਸ ਬਣਾਉਣੇ ਚਾਹੀਦੇ ਆ ਵੀ ਪਿੰਡਾਂ ਦੇ ਵਿੱਚ, ਜਿਵੇਂ ਚਾਈਨਾ 'ਚ ਬਣੇ ਹੋਏ ਨੇ, ਪਿੰਡਾਂ ਦੇ ਵਿੱਚ ਆਪਣੇ ਨਿੱਕੇ ਨਿੱਕੇ ਵੈਲਿਊ ਐਡਡ ਬਣਾਉਣ ਫੂਡਸ ਦੀਆਂ, ਤੇ ਫੂਡ ਚੇਨ ਬਣਾ ਲੈਣ। ਕਹਿੰਦਾ ਯਹੀ ਤਾਂ ਕੰਟਰੈਕਟ ਫਾਰਮਿੰਗ ਦਿਖਾ ਰਹੀ ਹੈ। ਮੈਂ ਨਹੀਂ, ਕੰਟਰੈਕਟ ਫਾਰਮਿੰਗ ਕਾਰਪੋਰੇਟ ਘਰਾਣਿਆਂ ਨੂੰ ਕਹਿ ਰਹੀ ਹੈ। ਅਸੀਂ ਆਪਦੇ ਮੁੰਡਿਆਂ ਦੀ ਇੰਡਸਟਰੀ ਖੋਲ੍ਹਣ ਨੂੰ ਫਿਰਦੇ ਆ ਐਗਰੋ ਵੇਸਟ, ਵੀ ਸਾਡੇ ਬੱਚੇ ਖੋਲ੍ਹਣਗੇ, ਸਾਡੇ ਬੱਚੇ ਪੜ੍ਹਨਗੇ ਪਹਿਲਾਂ,
ਪੜ੍ਹ ਕੇ MBA ਕਰਨਗੇ ਉਹ ਖੋਲਣਗੇ, ਜਿਹੜੇ ਐਗਰੋ ਐਸਟੈਬਲਿਸ਼ ਹੋਣਗੇ ਉਹ ਖੋਲਣਗੇ, ਜਿਹੜੇ ਸਾਡੀਆਂ ਸਟੱਡੀਜ਼ ਹੋਣਗੀਆਂ। ਹੁਣ ਤੁਸੀਂ PAU 'ਚ ਹੀ ਦੇਖ ਲਓ ਕਿੰਨੀਆਂ ਆਪਣੀਆਂ ਡਿਗਰੀਆਂ ਵੱਧ ਗਈਆਂ। ਜੇ ਡਿਗਰੀਆਂ ਵਧਣਗੀਆਂ ਤਾਂ ਕਿਤੇ ਕੰਮ ਲਾਉਣੇ ਆ ਮੁੰਡੇ, ਉਹ ਬਾਹਰ ਨਿਕਲਦੇ ਜੌਬਸ ਚਾਹੀਦੀਆਂ ਉਹਨਾਂ ਨੂੰ। ਜੇ ਉਹੋ ਜਿਹੀਆਂ ਨਿੱਕੀ ਨਿੱਕੀ ਇੰਡਸਟਰੀ ਹੋਣਗੇ ਜੌਬਸ ਕਰਨਗੇ ਆਪਣੀਆਂ, ਨਾ ਕਰਨਗੇ ਆਪਦੀ ਇੰਡਸਟਰੀ ਖੋਲ੍ਹ ਲੈਣਗੇ। ਉਹਨਾਂ ਨੂੰ ਹੈਲਪ ਕਰੋ। ਪਿੰਡ ਦੇ ਵਿੱਚ ਇੱਕ ਕਿੱਲੇ 'ਚ ਹੀ ਖੁੱਲ੍ਹ ਜੇ ਸਾਰਾ ਕੁਝ, ਤੇ ਨਿੱਕੇ ਨਿੱਕੇ ਖੁੱਲ੍ਹ ਕੇ ਕਾਰਗੋ ਖੁੱਲ੍ਹ ਜੇ ਏਅਰਪੋਰਟ, ਤੇ ਦੁਬਈ ਨੂੰ ਸ਼ਾਮ ਨੂੰ ਸਬਜ਼ੀ ਥੋੜੀ ਸਵੇਰ ਨੂੰ ਦੁਬਈ ਦੇ ਹੋਵੇ। ਰਸ਼ੀਆ ਉੱਪਰ ਬੈਠਾ 3 ਮਹੀਨੇ ਬਰਫ਼ ਪਈ ਰਹਿੰਦੀ ਆ, ਕੁਛ ਉੱਗਦਾ ਨਹੀਂ ਵਾਸਤਾ ਨਹੀਂ, ਉਹਨੂੰ ਤਾਜ਼ੀ ਸਬਜ਼ੀ ਖਿਲਾਵਾਂਗੇ, ਫੋਰਨ ਕਰੰਸੀ ਲੈ ਕੇ ਆਵਾਂਗੇ, ਉਹੀ ਸੋਨੇ ਜਿਹੜੀ ਹੈਗੀ ਕਰ ਦਾਂਗੇ। ਪਰ ਸਾਨੂੰ ਦੇਣ ਤਾਂ ਹੈ ਨਾ ਟਾਈਮ, ਕੁਛ ਤਾਂ ਸਰਕਾਰ ਨੂੰ ਮਦਦ ਕਰਨੀ ਪੈਣੀ ਹੈ ਨਾ ਜੀ। ਇੱਕ ਵਾਰੀ ਲਿਫਟ ਕਰਨ ਨੂੰ, ਇੱਕ ਵਾਰੀ ਅਪਲਿਫਟ ਕਰਨ ਨੂੰ। ਫਿਰ ਇਹਨਾਂ ਨੂੰ ਇਹ ਦੱਸਿਆ ਵੀ ਜੇ ਸਾਡੇ ਕੋਲ ਪੈਸਾ ਆ ਗਿਆ ਅਸੀਂ ਤਾਂ ਬਹੁਤ ਜਲਦੀ ਖਰਚ ਜਾਂਦੇ ਆ। ਉਹੀ ਮਾਰਕੀਟ ਜਾ ਕੇ 18% ਵੈਟ ਲਾ ਲਿਓ, ਲਾਇਆ ਹੋਇਆ GST ਲਾ ਲਿਓ, ਤੁਹਾਨੂੰ ਹੀ ਪੈਸੇ ਬਣਨੇ ਆ। ਜੇ ਸਾਡੇ ਕੋਲ ਫੋਰਨ ਕਰੰਸੀ ਆ ਗਿਆ ਅਸੀਂ ਖਰਚ ਲੈਣਾ, ਤੁਹਾਡੇ ਕੋਲ ਫੇਰ ਟੈਕਸੇਸ਼ਨ ਵਧਣਾ, ਸਰਕਾਰ ਦੀ ਵੀ ਅਪਲਿਫਟ ਹੋਊਗੀ। ਫੋਰਨ ਕਰੰਸੀ ਲੈ ਕੇ ਆਉਣ ਦੇ ਢੰਗ ਦੇਖਣੇ ਚਾਹੀਦੇ ਆ। ਜੇ ਆਪਣੇ ਕੋਲ ਪਾਣੀ ਹੈਗਾ ਤਾਂ ਇਹਨੂੰ ਯੂਜ਼ ਕਰਨਾ ਚਾਹੀਦਾ, ਮਕਾਉਣਾ ਨਹੀਂ ਚਾਹੀਦਾ। ਝੋਨਾ ਲਾਉਣਾ ਸਾਨੂੰ ਬਿਲਕੁਲ ਵੀ ਨਹੀਂ, ਮਤਲਬ ਹੁਣ ਤੇ ਕਹੋਗੇ ਨਾ ਪਰਾਲੀ ਦੀ ਗੱਲ ਆ, ਪਰਾਲੀ ਦੀ ਜੜ ਹੀ ਮੁਕਾ ਦਿਓ ਯਾਰ, ਝੋਨਾ ਹੀ ਬੰਦ ਕਰਾ ਦਿਓ, ਬਰਾਬਰ ਦੀ ਫਸਲਾਂ ਦਿਖਾ ਦਿਓ ਸਾਨੂੰ, ਜਿਹੜੀ ਸਾਨੂੰ ਰਾਹ ਖੁੱਲ੍ਹ ਜਾਣ। ਤੇ ਉਹ ਰਾਹ ਖੁੱਲ੍ਹ ਕੇ ਰਿਫਾਰਮਸ ਆ ਸਕਦੇ ਆ। 7000 ਨੂੰ ਕਣਕ ਵਿਕਦੀ ਪਈ ਆ ਪਾਕਿਸਤਾਨ, ਅਸੀਂ ਗੋਲੀ ਚਲਾ ਕੇ ਕੀ ਲੈਣਾ, ਕਣਕ ਵੇਚ ਕੇ ਮਾਰ ਦਿਓ ਉਹਨਾਂ ਨੂੰ, ਇਕਨੋਮਿਕਲੀ ਮਾਰ ਦਿਓ, ਠੀਕ ਹੈ ਨਾ। ਸਿਲਕ ਰੋਡ ਖੋਲ੍ਹ ਦਿਓ, ਰਸ਼ੀਆ ਤੱਕ ਲੈ ਜਾਓ। ਜਿਹੜਾ ਆਲੂ ਵਾਧੂ ਹੁੰਦਾ ਸੀਗਾ 3 ਸਾਲ ਇੱਥੇ ਆਲੂ ਮਰਦਾ, ਚਲੋ ਐਤਕੀ ਦਾ ਰੇਟ ਠੀਕ ਆ, ਪਿਛਲੇ ਸਾਲ ਠੀਕ ਹੋਇਆ। ਪਹਿਲਾਂ 3-4 ਸਾਲ ਆਲੂ 'ਚ ਜਮਾ ਹੀ ਮਰੇ ਆ। 14 ਤੋਂ ਬਾਅਦ ਜਦੋਂ 16 ਦੀ ਨੋਟਬੰਦੀ ਕਰਤੀ, ਜਮਾ ਹੀ ਆਲੂ ਚੱਕਿਆ ਨਹੀਂ ਗਿਆ। ਜੇ ਆਹੀ ਪਾਕਿਸਤਾਨ ਖੋਲ੍ਹ ਦਿੰਦੇ, ਰਸ਼ੀਆ ਨੂੰ ਖੜ ਦਿੰਦੇ, ਜਿੰਨਾ ਮਰਜ਼ੀ ਤੱਕ ਦਿੰਦੇ। 450 ਕਿਲੋਮੀਟਰ ਆ ਕੇ ਬੈਠੇ ਆ ਜੀ ਦਿੱਲੀ, ਜਿਹੜਾ ਕਹਿੰਦੇ ਦਿੱਲੀ ਘੇਰ ਨਹੀਂ ਸਕਦੇ। ਤੇ ਪਰ ਇਹਨੂੰ ਕਿੰਨਾ ਕੁ ਰਹਿ ਗਿਆ, ਪਾਕਿਸਤਾਨ ਟਪਾ ਦੇਣਾ ਸੀਗਾ, ਆਹੀ ਟਰਾਲੀਆਂ ਢੋਇਆ ਹੋਣਾ ਸੀਗਾ। ਮਤਲਬ ਕਰਨ ਨੂੰ ਸਾਡੇ ਜ਼ਿਮੀਂਦਾਰ ਕੀ ਨਹੀਂ ਕਰ ਸਕਦੇ ਜੀ, ਹਰ ਤਰ੍ਹਾਂ ਦਾ। ਬਾਹਰ ਜਾ ਕੇ 100 ਫੁੱਟ ਟਰਾਲਾ ਚਲਾ ਸਕਦੇ ਆ, 30 ਫੁੱਟ ਟਰਾਲੀਆਂ, 20 ਫੁੱਟ ਟਰਾਲੀਆਂ ਕੀ ਕਹਿੰਦੀਆਂ ਨੇ। ਕੰਮ ਨਹੀਂ ਕਰਨ ਦੇ ਰਹੇ ਜੀ, ਸਾਡੇ ਯੂਥ ਨੂੰ ਕੰਮ ਨਹੀਂ ਦੇ ਰਹੇ। ਸਾਡੀ ਜਿਹੜੀ ਕਹੀ ਜਾਂ ਸਪੀਚ ਕਹਿ ਰਹੇ ਸੀ ਪ੍ਰਧਾਨ ਮੰਤਰੀ ਵੀ ਸਾਡੇ ਕੋਲ ਮੈਨ ਪਾਵਰ ਹੈਗੀ ਹੈ, ਇਹਨੂੰ ਅਸੀਂ ਇੰਡਸਟਰੀ ਬਣਾਵਾਂਗੇ। ਤੇ ਬਣਾਉਣ, ਕੰਮ ਤਾਂ ਦੇਣ ਨਾ। ਸਾਡਾ ਜਿਹੜੇ ਆਹੀ